ਸਤਿ ਸ਼੍ਰੀ ਅਕਾਲ ਦੋਸਤੋ, ਵੌਇਸ ਆਫ ਇੰਡੀਆ ਮੀਡੀਆ ਦੇ ਨਾਲ ਜੁੜੇ ਹੀ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਵਰਿੰਦਰ ਭਿੰਡਰ। ਹਮੇਸ਼ਾ ਦੀ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਤਾਜ਼ਾ ਖਬਰਾਂ ਦੇ ਰੂਬਰੂ ਹੁੰਨੇ ਆ। ਅੱਜ ਵੀ ਅਸੀਂ ਕਿਸਾਨੀ ਅੰਦੋਲਨ ਨਾਲ ਜੋ ਨਵੀਆਂ ਸਥਿਤੀਆਂ ਪੈਦਾ ਹੋਈਆਂ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਹੋਏ ਆ। ਕੀ ਹੈ ਅੱਜ ਦੀਆਂ ਖਬਰਾਂ, 7 ਮਹੀਨਿਆਂ ਦਾ ਲੇਖਾ ਜੋਖਾ ਤੇ ਕਿਹੜੇ 7 ਬਦਲਾਅ ਆਏ ਨੇ ਕਿਸਾਨੀ ਅੰਦੋਲਨ ਦੇ ਵਿੱਚ, ਉਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਕਿਸਾਨੀ ਅੰਦੋਲਨ ਵੱਲੋਂ ਸੂਬਿਆਂ ਦੇ ਗਵਰਨਰਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ, ਕਿੱਥੇ ਕਿੱਥੇ ਕੀ ਪ੍ਰਭਾਵ ਰਿਹਾ ਇਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਆਓ ਸਭ ਤੋਂ ਪਹਿਲਾਂ ਅਸੀਂ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਹਾਂ ਸਰਦਾਰ MP ਸਿੰਘ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਮਿਹਰਬਾਨੀ ਪਿੰਡਰ ਸਾਹਿਬ, ਥੈਂਕ ਯੂ ਵੈਰੀ ਮਚ। ਕੀ ਨਵੇਂ ਹਾਲਾਤ ਆ ਜੀ ਉੱਥੋਂ ਦੇ, ਕਿਉਂਕਿ ਪਿਛਲੇ 7 ਮਹੀਨੇ ਹੋ ਗਏ ਕਿਸਾਨੀ ਅੰਦੋਲਨ ਚੱਲਦਿਆਂ ਨੂੰ। ਕੀ ਉਹ ਨਵੇਂ 7 ਮਹੀਨਿਆਂ ਦਾ ਲੇਖਾ ਜੋਖਾ ਕੀ ਆ ਤੇ ਕੀ ਇਹਨੇ 7 ਨਵੇਂ ਬਦਲਾਅ ਆਏ ਨੇ, ਸਾਡੇ ਦਰਸ਼ਕਾਂ ਨੂੰ ਸਾਂਝ ਪਾਓ। ਪਿੰਡਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਜੀ, ਇਹ 7 ਮਹੀਨੇ ਨਹੀਂ ਸੀ ਹੋਣੇ ਜੀ। ਅੱਜ ਜਿਵੇਂ ਅਸੀਂ 7 ਮਹੀਨਿਆਂ ਦੀ ਗੱਲ ਕਰ ਰਹੇ ਹਾਂ, ਹਾਂਜੀ, ਇਹ ਹੋਣੇ ਹੀ ਨਹੀਂ ਸੀ। ਜਦੋਂ ਕਿਸਾਨਾਂ ਨੇ ਫੈਸਲਾ ਕੀਤਾ ਸੀਗਾ ਕਿ ਅਸੀਂ ਸਿਰਫ 2 ਦਿਨ ਵਾਸਤੇ ਦਿੱਲੀ ਜਾਣਾ ਜੀ, ਦਿੱਲੀ ਦੇ ਅੰਦਰ ਉਹਨਾਂ ਨੂੰ ਐਂਟਰ ਕਰਨ ਦਿੱਤਾ ਜਾਂਦਾ ਤੇ ਸ਼ਾਇਦ ਅੱਜ ਵਾਲੇ ਦਿਨ ਦੀ ਅਸੀਂ ਗੱਲ ਨਾ ਕਰਦੇ ਜੀ। 26 ਨਵੰਬਰ ਨੂੰ ਕਿਸਾਨਾਂ ਨੇ ਪੂਰੇ ਹਿੰਦੁਸਤਾਨ ਚੋਂ ਦਿੱਲੀ ਵੱਲ ਨੂੰ ਕੂਚ ਕੀਤਾ ਜੀ। ਪੰਜਾਬ ਦਾ ਨਾਂ ਪਹਿਲਾਂ ਆਉਂਦਾ, ਸਭ ਤੋਂ ਪਹਿਲਾਂ ਪੰਜਾਬ ਨੇ ਸ਼ੁਰੂਆਤ ਕੀਤੀ। ਹਰਿਆਣੇ ਦੇ ਕਿਸਾਨ ਨਾਲ ਰਲ ਗਏ। ਹਰਿਆਣੇ ਦੀ ਸਰਕਾਰ ਨੇ ਕਿੰਨੀਆਂ ਪਾਬੰਦੀਆਂ ਲਾਉਣ ਦੀ ਕੋਸ਼ਿਸ਼ ਕੀਤੀ, ਥਾਂ ਥਾਂ ਤੇ ਰੁਕਾਵਟਾਂ ਖੜੀਆਂ ਕੀਤੀਆਂ। ਇਹਦੇ ਬਾਵਜੂਦ ਕਿਸਾਨ ਅੱਗੇ ਦੀ ਅੱਗੇ ਵੱਧਦੇ ਗਏ ਤੇ ਦਿੱਲੀ ਦੇ ਬਾਰਡਰ ਤੱਕ ਚਲੇ ਗਏ। ਉਸ ਤੋਂ ਬਾਅਦ ਦਿੱਲੀ ਪੁਲਿਸ ਦੀ ਵਾਰੀ ਆ ਗਈ। ਉਹਨਾਂ ਨੇ ਵੱਡੇ ਵੱਡੇ ਬੈਰੀਕੇਡ ਜਿਹੜੇ ਸੀ ਉੱਥੇ ਲਾ ਦਿੱਤੇ ਔਰ ਉੱਥੇ ਰੋਕ ਦਿੱਤਾ ਗਿਆ। ਕਿਸਾਨਾਂ ਨੂੰ ਪ੍ਰਪੋਜ਼ਲ ਦਿੱਤੀ ਆ ਕਿ ਤੁਸੀਂ ਦਿੱਲੀ ਵੱਲ ਵਧਣ ਦੀ ਬਜਾਏ ਇੱਕ ਸਟੇਡੀਅਮ ਜਿਹੜਾ ਤੁਹਾਡੇ ਲਈ ਅਸੀਂ ਖਾਲੀ ਕਰਵਾ ਲਿਆ ਜਾਂ ਹੋਰ ਸਟੇਡੀਅਮ ਵੀ ਖਾਲੀ ਕਰਵਾ ਰਹੇ ਹੈਗੇ ਆ, ਤੁਸੀਂ ਉੱਥੇ ਚਲੇ ਜਾਓ, ਉੱਥੇ ਜਾ ਕੇ ਆਪਦਾ ਧਰਨਾ ਮਾਰ ਲਓ। ਪਰ ਕਿਸਾਨਾਂ ਨੇ ਕਿਹਾ ਕਿ ਅਸੀਂ ਉਹ ਸਟੇਡੀਅਮ ਵਿੱਚ ਨਹੀਂ ਜਾਣਾ ਜਿੱਥੇ ਜੇਲ੍ਹ ਨੁਮਾ ਹੋਣਗੇ ਤੇ ਅਸੀਂ ਇੱਥੇ ਹੀ ਬੈਠ ਜਾਵਾਂਗੇ। ਉਸ ਤੋਂ ਬਾਅਦ ਫਿਰ ਸ਼ੁਰੂ ਹੋਈ ਗੱਲਬਾਤ ਕੇਂਦਰ ਸਰਕਾਰ ਦੇ ਨਾਲ। 11 ਮੀਟਿੰਗਾਂ ਹੋਈਆਂ। 20 ਜਨਵਰੀ ਤੋਂ ਬਾਅਦ 22 ਜਨਵਰੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ। 26 ਜਨਵਰੀ, ਪਹਿਲਾਂ 26 ਨਵੰਬਰ ਦੀ ਗੱਲ ਆਈ, ਫਿਰ 26 ਜਨਵਰੀ ਦੀ ਗੱਲ ਆਈ। ਉਦੋਂ ਕਿਸਾਨਾਂ ਨੇ ਇਹ ਐਲਾਨ ਕਰਤਾ ਸੀ ਕਿ ਅਸੀਂ ਟਰੈਕਟਰ ਪਰੇਡ ਕਰਾਂਗੇ ਦਿੱਲੀ ਦੇ ਵਿੱਚ ਜਾ ਕੇ। ਉਸ ਪਰੇਡ ਨੂੰ ਸੈਬੋਟੇਜ ਕਰਨ ਵਾਸਤੇ, ਉਸ ਬਣੀ ਬਣਾਈ ਖੇਡ ਨੂੰ ਖਰਾਬ ਕਰਨ ਵਾਸਤੇ ਇੱਕ ਤਰਫਾ ਨਹੀਂ ਚੌਤਰਫਾ ਜਿਹੜਾ ਹਮਲਾ ਹੋਇਆ, ਉਹਦੇ ਵਿੱਚ ਬਹੁਤ ਸਾਰਾ ਯੋਗਦਾਨ ਜਿਹੜਾ ਵਾ ਉਹ ਬਿਨਾਂ ਸ਼ੱਕ ਸਰਕਾਰ ਦਾ ਹੀ। ਸਰਕਾਰ ਦੀ ਪਲੈਨਿੰਗ ਦੇ ਨਾਲ ਹੀ ਕੁਝ ਲੋਕਾਂ ਨੇ ਸ਼ਰਾਰਤ ਵੀ ਕੀਤੀ, ਪਰ ਸਰਕਾਰ ਆਪਣੀ ਗੱਲ 'ਚ ਕਾਮਯਾਬ ਰਹੀ। ਉਹਨਾਂ ਨੇ ਉਸ ਪਰੇਡ ਨੂੰ ਯੋਜਨਾਬੱਧ ਤਰੀਕੇ ਨਾਲ ਨਹੀਂ ਚੱਲਣ ਦਿੱਤਾ। ਭਾਵੇਂ ਕਿਸਾਨਾਂ ਨੇ ਪੂਰਾ ਜ਼ਬਤ ਰੱਖਿਆ, ਆਪਣੇ ਆਪ ਤੇ ਕੰਟਰੋਲ ਰੱਖਿਆ, ਪਰ ਕੁਝ ਜਿਹੜੀਆਂ ਮੰਦਭਾਗੀਆਂ ਘਟਨਾਵਾਂ 26 ਜਨਵਰੀ ਨੂੰ ਹੋਈਆਂ, ਉਹਨਾਂ ਨੇ ਸੱਚੀ ਮੁੱਚੀ ਇਸ ਅੰਦੋਲਨ ਨੂੰ ਕਿਸੇ ਹੱਦ ਤੱਕ ਬ੍ਰੇਕ ਲਾਈ। ਸਰਕਾਰ ਨੂੰ ਬਹਾਨਾ ਮਿਲ ਗਿਆ। ਉਸ ਤੋਂ ਪਹਿਲਾਂ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਸੀਗਾ ਕਿ ਇਹ ਅੰਦੋਲਨਕਾਰੀ ਜਿਹੜੇ ਆ ਇਹ ਕਿਸੇ ਸਿਆਸੀ ਪਾਰਟੀ ਦੇ ਚੱਕੇ ਚਕਾਏ ਇੱਥੇ ਆਏ ਆ, ਇਹ ਪਾਕਿਸਤਾਨ ਦੀ ਸ਼ਹਿਦ ਇੱਥੇ ਆਏ ਆ, ਇਹ 'ਚ ਖਾਲਿਸਤਾਨੀ ਹੈਗੇ ਆ, ਇਹ 'ਚ ਨਕਸਲੀ ਹੈਗੇ ਆ, ਇਹ 'ਚ ਕਮਿਊਨਿਸਟ ਹੈਗੇ ਆ, ਇਸ ਤਰੀਕੇ ਦੀ ਗੱਲ। ਉਹ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ, 26 ਜਨਵਰੀ ਤੋਂ ਬਾਅਦ ਸਰਕਾਰ ਨੂੰ ਫਿਰ ਮੌਕਾ ਮਿਲ ਗਿਆ ਆਪਦੀ ਗੱਲ ਕਰਨ ਦਾ ਕਿ ਵਾਕਈ ਜਿਹੜੀ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਜਾ ਕੇ ਝੰਡਾ ਚੜਾਉਣ ਦੀ ਗੱਲ ਜਾਂ ਕੁਛ ਹਿੰਸਕ ਘਟਨਾਵਾਂ ਦੀ ਗੱਲ, ਇਹ ਉਹ ਜਿਹੜੇ ਕਿਸਾਨ ਅੰਦੋਲਨ ਦੇ ਬਦਨਾਮੀ ਦਾ ਕਾਰਨ ਬਣੀਆਂ। ਉਸ ਤੋਂ ਬਾਅਦ ਹੁਣ 26 ਜੂਨ ਆ ਗਈ। 7 ਮਹੀਨੇ ਹੋ ਗਏ ਆ। 7 ਮਹੀਨਿਆਂ ਦੇ ਵਿੱਚ ਬੜੇ ਉਤਰਾਅ ਚੜਾਅ ਜਿਹੜੇ ਉਹ ਵੇਖਣ ਨੂੰ ਮਿਲੇ ਆ। ਸਰਕਾਰ ਨੇ ਇਸੇ ਦੌਰਾਨ ਹੀ ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਨਾਲ ਅਸੀਂ ਗੱਲ ਕਰਨ ਨੂੰ ਤਿਆਰ ਆ। ਪਹਿਲੀ ਗੱਲ ਤਾਂ ਉਹ ਇਸ ਗੱਲ ਤੇ ਹੀ ਜ਼ੋਰ ਦੇਈ ਜਾਂਦੇ ਆ ਕਿ ਇਹ ਤਾਂ ਜਿਹੜਾ ਅੰਦੋਲਨ ਗਲਤ ਹੈਗਾ, ਇਹ ਤਾਂ ਅੰਦੋਲਨਕਾਰੀ ਕਿਸਾਨ ਹੈ ਹੀ ਨਹੀਂ, ਇਹ ਤਾਂ ਕੁਛ ਹੋਰ ਹੀ ਹੈ। ਠੀਕ ਹੈ ਜੀ। ਪਰ ਇਹਦੇ ਬਾਵਜੂਦ ਨਾਲ ਦੀ ਨਾਲ ਇਹ ਕਹੀ ਜਾਂਦੇ ਕਿ ਨਹੀਂ ਅਸੀਂ ਕੋਈ ਗੱਲ ਨਹੀਂ, ਇਹ ਅਸੀਂ ਇਹਨਾਂ ਨਾਲ ਮੀਟਿੰਗ ਕਰਨ ਨੂੰ ਤਿਆਰ ਆ। ਪ੍ਰਧਾਨ ਮੰਤਰੀ ਨੇ ਖੁਦ ਕਿਹਾ ਜੀ, ਇੱਕ ਫੋਨ ਕਾਲ ਤੇ ਮੈਂ ਬੈਠਾ ਹੈਗਾ, ਜਦੋਂ ਮਰਜ਼ੀ ਕਿਸਾਨ ਮੈਨੂੰ ਫੋਨ ਕਰਨ, ਮੈਂ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਹਾਂ। ਅੱਜ ਤੱਕ ਫੋਨ ਨਹੀਂ ਆਇਆ। ਉਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਵੱਲੋਂ ਮੈਮੋਰੈਂਡਮ ਦਿੱਤਾ
ਕਿ ਅਸੀਂ ਗੱਲ ਕਰਨ ਨੂੰ ਤਿਆਰ ਆ, ਸਾਨੂੰ ਸਮਾਂ ਤੇ ਸਥਾਨ ਦੱਸਿਆ ਜਾਵੇ। ਕੋਈ ਨਹੀਂ ਜਵਾਬ ਆਇਆ ਉਸ ਲੈਟਰ ਦਾ, ਕੋਈ ਜਵਾਬ ਨਹੀਂ ਆਇਆ। ਹੁਣ 26 ਜੂਨ ਨੂੰ 7 ਮਹੀਨੇ ਹੋ ਗਏ। ਹਾਂਜੀ, ਤੁਹਾਡਾ ਸਵਾਲ ਸੀਗਾ ਕਿ 7 ਮਹੀਨਿਆਂ ਦਾ ਲੇਖਾ ਜੋਖਾ ਕੀਤਾ ਜਾਵੇ, ਕੀ ਹੋਇਆ ਇਹ 'ਚ, 7 ਬਦਲਾਅ ਕਿਹੜੇ ਆਏ। ਸਭ ਤੋਂ ਵੱਡਾ ਜਿਹੜਾ ਬਦਲਾਅ ਮੈਂ ਸਮਝਦਾ ਹੈਗਾ ਕਿ ਇਹ ਪਹਿਲਾ ਅੰਦੋਲਨ ਹੋਇਆ ਹਿੰਦੁਸਤਾਨ ਦੇ ਵਿੱਚ ਜਿਹਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਵੱਡੇ ਪੱਧਰ ਤੇ ਹੋਈ। ਆਮ ਤੌਰ ਤੇ ਧਾਰਮਿਕ ਸਥਾਨਾਂ ਤੇ ਔਰਤਾਂ ਦਾ ਬੋਲਬਾਲਾ ਹੁੰਦਾ, ਜਿੱਥੇ ਬੰਦੇ ਘੱਟ ਜਾਂਦੇ ਆ, ਭਾਵੇਂ ਉਹ ਮੰਦਿਰ 'ਚ ਕੀਰਤਨ ਹੋਵੇ ਤੇ ਭਾਵੇਂ ਸੁਖਮਨੀ ਸਾਹਿਬ ਦਾ ਪਾਠ ਗੁਰਦੁਆਰੇ ਹੋਵੇ, ਔਰਤਾਂ ਨੇ ਵੱਧ ਮੌਜੂਦਗੀ ਹੁੰਦੀ ਹੈ, ਬੰਦਿਆਂ ਦੀ ਘੱਟ ਹੁੰਦੀ ਹੈ। ਬੰਦੇ ਪਤਾ ਨਹੀਂ ਕਿਉਂ ਨਹੀਂ ਜਾਂਦੇ। ਪਰ ਇਹ ਪਹਿਲਾ ਇੱਕ ਇਹੋ ਜਿਹਾ ਅੰਦੋਲਨ ਹੋਇਆ ਜਿਹਦੇ ਵਿੱਚ ਔਰਤਾਂ ਬਰਾਬਰ ਦੀ ਹਿੱਸੇਦਾਰੀ। ਔਰਤ ਦਿਵਸ ਵੀ ਉੱਥੇ ਮਨਾਇਆ ਗਿਆ, ਹੋਰ ਵੀ ਕਈ ਇੱਦਾਂ ਦੇ ਦਿਹਾੜੇ ਜਿਹੜੇ ਉੱਥੇ ਸੈਲੀਬ੍ਰੇਟ ਕੀਤੇ ਗਏ। ਉਹਨਾਂ ਸਾਰੇ ਦਿਨਾਂ ਦੇ ਉੱਤੇ, ਉਹਨਾਂ ਸਾਰੀਆਂ ਕਾਨਫਰੰਸਾਂ ਦੇ ਵਿੱਚ, ਉਹਨਾਂ ਸਾਰਿਆਂ ਇਕੱਠਾਂ ਦੇ ਵਿੱਚ ਜਿੰਨੀ ਸ਼ਮੂਲੀਅਤ ਔਰਤਾਂ ਨੇ ਕੀਤੀ ਆ, ਸ਼ਾਇਦ ਇਹ ਇਤਿਹਾਸ ਸਿਰਜ ਦਿੱਤਾ। ਉਂਝ ਵੈਸੇ ਦਾਨਸ਼ਵਰ ਕਹਿੰਦੇ ਆ ਜੀ ਕਿ ਅੱਧੀ ਦੁਨੀਆ ਜਿਹੜੀ ਆ ਉਹ ਔਰਤਾਂ ਦੀ ਹੁੰਦੀ, ਅੱਧੀ ਆਬਾਦੀ ਜਿਹੜੀ ਔਰਤਾਂ ਦੀ ਹੈ। ਬਹੁਤ ਸਾਰੇ ਦੇਸ਼ਾਂ 'ਚ ਅੱਧੀਆਂ ਨਾਲੋਂ ਜ਼ਿਆਦਾ ਆਬਾਦੀ ਹੈ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬਹੁਤ ਸਾਰੀਆਂ ਸਹੂਲਤਾਂ ਵੀ ਮਿਲਦੀਆਂ, ਸਤਿਕਾਰ ਵੀ ਮਿਲਦਾ। ਪਰ ਹਿੰਦੁਸਤਾਨ 'ਚ ਨਹੀਂ ਸੀਗਾ। ਹਿੰਦੁਸਤਾਨ 'ਚ ਪਹਿਲੀ ਵਾਰੀ ਹੋਇਆ ਕਿ ਔਰਤਾਂ ਨੇ ਮਰਦਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਅਸੀਂ ਤੁਹਾਡੇ ਸੱਚੀ ਮੁੱਚੀ ਮੋਢੇ ਨਾਲ ਮੋਢਾ ਜੁੜ ਕੇ ਕੰਮ ਕਰ ਸਕਦੀਆਂ, ਲੜਾਈ ਲੜ ਸਕਦੀਆਂ। ਸਰਕਾਰ ਨੂੰ ਇਸ ਬਦਲਾਅ ਤੇ ਬਹੁਤ ਵੱਡਾ ਝਟਕਾ ਵੀ ਲੱਗਾ ਕਿ ਇਹ ਚੁੱਲ੍ਹਿਆਂ ਮੂਹਰੇ ਰੋਟੀਆਂ ਪਕਾਉਣ ਵਾਲੀਆਂ, ਧੂਆਂ ਅੱਖਾਂ 'ਚ ਪਵਾਉਣ ਵਾਲੀਆਂ ਔਰਤਾਂ ਇਹ ਕਿਵੇਂ ਉੱਡ ਕੇ ਉੱਥੇ ਆ ਗਈਆਂ ਔਰ ਧਰਨਾ ਇਸ ਤਰੀਕੇ ਨਾਲ ਮਾਰ ਕੇ ਬੈਠੀਆਂ ਹੈਗੀਆਂ, ਨਾਲੇ ਕੰਮ ਵੀ ਕਰਦੀਆਂ, ਨਾਲੇ ਉਹ ਵੀ ਮਰਦਾਂ ਵਾਂਗੂ ਕਹੀ ਜਾਂਦੀਆਂ ਕਿ ਜੇ ਇਹ 3 ਕਾਲੇ ਕਾਨੂੰਨ ਜਿਹੜੇ ਵਾਪਸ ਨਹੀਂ ਹੋਏ ਤਾਂ ਅਸੀਂ ਮੁੜਨਾ ਹੀ ਨਹੀਂ। ਇਹ ਇੱਕ ਬਹੁਤ ਵੱਡੀ ਗੱਲ ਸੀ। ਦੂਜਾ ਜਿਹੜਾ ਬਦਲਾਅ ਸੀ, ਇੱਕ ਸਾਂਝੀ ਵਿਰਾਸਤ ਦਾ, ਸਾਂਝੇ ਅਹਿਸਾਸ ਹੋਇਆ ਕਿ ਵਿਰਾਸਤ, ਸਾਡਾ ਵਿਰਸਾ ਅਸਲ 'ਚ ਇੱਕੋ ਹੀ ਹੈ। ਆਮ ਤੌਰ ਤੇ ਜਿਹੜੇ ਹਿੰਦੂ ਹੋ ਜਾਂਦੇ ਆ, ਸਿੱਖ ਹੋ ਜਾਂਦੇ ਆ, ਈਸਾਈ ਵੱਖਰੇ, ਮੁਸਲਮਾਨ ਵੱਖਰੇ। ਇਹ ਪਹਿਲਾ ਅੰਦੋਲਨ ਸੀ ਜਿਹਦੇ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਸਾਰੀਆਂ ਕੌਮਾਂ ਜਿਹੜੀਆਂ ਉਹਨਾਂ ਨੇ ਸ਼ਿਰਕਤ ਕੀਤੀ, ਸ਼ਮੂਲੀਅਤ ਕੀਤੀ। ਤੁਸੀਂ ਦੇਖੋ ਜਦੋਂ ਉੱਥੇ ਬੈਠੇ ਹੁੰਦੇ ਆ ਕਿਸਾਨ, ਉਹਨਾਂ ਦੇ ਵਿੱਚ ਹਿੰਦੂ ਵੀ ਹੁੰਦੇ, ਮੁਸਲਮਾਨ ਵੀ ਹੁੰਦੇ ਆ, ਸਿੱਖ ਵੀ ਹੁੰਦੇ ਆ, ਈਸਾਈ ਵੀ ਹੁੰਦੇ ਆ। ਉਹ ਕਿਸਾਨ ਆ ਪਹਿਲਾਂ, ਹਿੰਦੂ ਸਿੱਖ ਬਾਅਦ ਵਿੱਚ ਹੈਗੇ ਆ। ਹੁਣ ਉੱਥੇ ਤੁਸੀਂ ਦੇਖਿਆ ਹੋਣਾ ਬਾਰਡਰ ਦੇ ਉੱਤੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਵੀ ਹੁੰਦਾ, ਸ਼ਾਮ ਨੂੰ ਰਹਿਰਾਸ ਦਾ ਪਾਠ ਵੀ ਹੁੰਦਾ। ਉੱਥੇ ਜਿਹੜੇ ਹਿੰਦੂ ਕਮਿਊਨਿਟੀ ਦੇ ਨਾਲ ਸੰਬੰਧਿਤ ਕਿਸਾਨ ਹੈਗੇ ਆ, ਉਹ ਆਪਦੀ ਆਰਤੀ ਪੂਜਾ ਪਾਠ ਉਸ ਤਰੀਕੇ ਨਾਲ ਕਰਦੇ ਹੈਗੇ। ਇਸ ਤਰੀਕੇ ਦਾ ਇੱਕ ਪਹਿਲੀ ਵਾਰੀ ਸਾਂਝਾ ਵਿਰਸਾ, ਸਾਂਝੀ ਵਿਰਾਸਤ ਜਿਹੜੀ ਸੀ ਉਹ ਦੁਬਾਰਾ ਆ ਗਈ ਪਿੰਡਾਂ ਦੇ ਵਿੱਚ। ਭਿੰਡਰ ਸਾਹਿਬ ਅਸੀਂ ਖੁਦ ਵੇਖਿਆ ਆਪਦੇ ਬਚਪਨ ਵਿੱਚ ਵੀ, ਜਵਾਨੀ ਵਿੱਚ ਵੀ, ਕਿ ਬੋਰਡ ਥੱਲੇ ਜਦੋਂ ਪਿੰਡ ਦੇ ਸਿਆਣੇ ਬੰਦੇ ਅਧਖੜ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕ ਇਕੱਠੇ ਹੁੰਦੇ ਸੀ, ਬਹਿੰਦੇ ਸੀਗੇ, ਤੇ ਉਹ ਪਿੰਡ ਨਿਵਾਸੀ ਹੁੰਦੇ ਸੀ। ਉਹ ਹਿੰਦੂ ਜਾਂ ਸਿੱਖ ਨਹੀਂ ਸੀ ਹੁੰਦੇ, ਉਹ ਪਿੰਡ ਨਿਵਾਸੀ ਹੁੰਦੇ ਸੀਗੇ ਤੇ ਪਿੰਡ ਦੀ ਬਿਹਤਰੀ ਲਈ, ਸਮਾਜ ਦੀ ਬਿਹਤਰੀ ਲਈ ਗੱਲਾਂ ਬਾਤਾਂ ਕਰਦੇ ਸੀ। ਉਹ ਸਾਰਾ ਵਿਰਸਾ ਦੁਬਾਰਾ ਜਿਹੜਾ ਸੀ ਉਜਾਗਰ ਹੋ ਗਿਆ। ਦੂਜੀ ਤੀਸਰੀ ਗੱਲ ਜਿਹੜੀ ਸੀ, ਸਿਆਸਤ 'ਚ ਬਹੁਤ ਵੱਡਾ ਬਦਲਾਅ ਹੈ। ਕਿਸਾਨ ਜਥੇਬੰਦੀਆਂ ਪਹਿਲਾਂ, ਜਦੋਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਵੀ ਅੰਦੋਲਨ ਕਰਦੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਤੇ ਇਹ ਦੋਸ਼ ਲੱਗਦੇ ਹੁੰਦੇ ਸੀਗੇ ਕਿ ਇਹਨਾਂ ਦੇ ਨਾਲ ਸਿਆਸੀ ਫਲਾਨੀ ਪਾਰਟੀ ਹੈ। ਇਸ ਅੰਦੋਲਨ ਵਿੱਚ ਵੀ ਲੱਗੇ, ਇਸ ਅੰਦੋਲਨ ਵਿੱਚ ਵੀ ਹੁਕਮਰਾਨ ਨੇ ਕਿਹਾ ਕਿ ਇਹ ਤਾਂ ਕਾਂਗਰਸ ਦੇ ਚੱਕੇ ਚਗਾਏ ਆਏ ਆ, ਜਾਂ ਇਹ ਨਕਸਲੀ ਹੈਗੇ ਆ, ਇਹ ਕਮਿਊਨਿਸਟ ਹੈਗੇ ਆ, ਖੱਬੇ ਪੱਖੀ ਹੈਗੇ ਆ, ਇਹਨਾਂ ਨੂੰ ਪਾਕਿਸਤਾਨੀਆਂ ਦੀ ਸ਼ਹਿ ਹੈਗੀ ਆ। ਕਿਸਾਨੀ ਅੰਦੋਲਨ ਨੇ ਸਾਬਤ ਕਰਤਾ ਕਿ ਅਸੀਂ ਸਿਰਫ ਕਿਸਾਨ ਆ, ਅਸੀਂ ਕਾਂਗਰਸੀ ਨਹੀਂ, ਅਸੀਂ ਕਮਿਊਨਿਸਟ ਨਹੀਂ। ਭਾਵੇਂ ਉਹ ਵੋਟਾਂ ਕਾਂਗਰਸ ਨੂੰ ਵੀ ਪਾਉਂਦੇ ਹੋਣਗੇ, ਭਾਵੇਂ ਉਹ ਅਕਾਲੀਆਂ ਨੂੰ ਵੀ ਪਾਉਂਦੇ ਹੋਣਗੇ, ਭਾਵੇਂ ਉਹ ਕਮਿਊਨਿਸਟਾਂ ਨੂੰ ਵੀ ਪਾਉਂਦੇ ਹੋਣਗੇ, ਪਰ ਕਿਸਾਨੀ ਅੰਦੋਲਨ 'ਚ ਆ ਕੇ ਉਹਨਾਂ ਨੇ ਸਾਬਤ ਕਰਤਾ ਕਿ ਅਸੀਂ ਸਿਰਫ ਕਿਸਾਨ ਆ। ਔਰ ਸਾਡੇ ਇਸ ਅੰਦੋਲਨ ਦੇ ਵਿੱਚ ਆਮ ਸਧਾਰਨ ਕਿਸਾਨ ਬਣ ਕੇ ਤਾਂ ਜਿਹੜਾ ਮਰਜ਼ੀ ਆ ਜਾਵੇ, ਪਰ ਜੇ ਕੋਈ ਲੀਡਰ ਬਣ ਕੇ ਸਟੇਜ ਤੇ ਚੜ੍ਹਨ ਦੀ ਕੋਸ਼ਿਸ਼ ਕਰੇ, ਸਟੇਜ ਨੂੰ ਆਪਦੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰੇ, ਇਹ ਬਰਦਾਸ਼ਤ ਨਹੀਂ ਹੋ ਸਕਦਾ। ਸਾਰੇ ਸਿਆਸੀ ਪਾਰਟੀਆਂ ਨੇ ਪੰਜਾਬ ਵਿੱਚ ਖਾਸ ਕਰਕੇ ਆਪਦੇ ਘੋੜੇ ਦੜਾਏ
ਘੋੜੇ ਦੌੜਾਏ, ਟਰੈਕਟਰ ਵੀ ਦੌੜਾਏ। ਆਮ ਆਦਮੀ ਪਾਰਟੀ ਨੇ ਵੀ ਟਰੈਕਟਰ ਮਾਰਚ ਕੀਤਾ, ਕਾਂਗਰਸ ਨੇ ਵੀ ਟਰੈਕਟਰ ਮਾਰਚ ਕੀਤਾ, ਅਕਾਲੀਆਂ ਨੇ ਤਿੰਨਾਂ ਚਾਰਾਂ ਥਾਵਾਂ ਤੋਂ ਟਰੈਕਟਰ ਮਾਰਚ ਕੀਤਾ। ਗੱਲ ਬਣੀ ਨਹੀਂ, ਹਾਰ ਹੰਭ ਕੇ ਬਹਿ ਗਏ। ਪਰ ਕਿਸਾਨਾਂ ਨੇ ਕਿਸੇ ਵੀ ਸਿਆਸੀ ਪਾਰਟੀ ਨੂੰ ਆਪਦੇ ਨੇੜੇ ਨਹੀਂ ਲੱਗਣ ਦਿੱਤਾ। ਇਹ ਇੱਕ ਬਹੁਤ ਵੱਡਾ ਰਾਜਨੀਤਿਕ ਬਦਲਾਅ ਹੋਇਆ। ਸਾਰੀਆਂ ਸਿਆਸੀ ਪਾਰਟੀਆਂ ਡਰਨ ਲੱਗ ਪਈਆਂ। ਤੁਸੀਂ ਦੇਖਿਆ ਹੋਣਾ, ਕਿਸਾਨਾਂ ਨੇ ਤਾਂ ਐਲਾਨ ਕੀਤਾ ਕਿ ਅਸੀਂ ਤਾਂ ਜਿਹੜੀ ਇਹ ਬੀਜੇਪੀ ਦੇ ਲੀਡਰ ਹੈਗੇ ਇਹਨਾਂ ਨੂੰ ਘਰਾਂ ਤੋਂ ਨਹੀਂ ਨਿਕਲਣ ਦੇਵਾਂਗੇ, ਇਹਨਾਂ ਦੀਆਂ ਤੇ ਅਸੀਂ ਮੀਟਿੰਗਾਂ 'ਚ ਨਹੀਂ ਇਹਨਾਂ ਨੂੰ ਸ਼ਾਮਲ ਹੋਣ ਦੇਵਾਂਗੇ, ਇਹਨਾਂ ਨੂੰ ਤੇ ਸਰਗਰਮੀਆਂ ਉਸ ਤਰੀਕੇ ਨਾਲ ਨਹੀਂ ਕਰਨ ਦੇਵਾਂਗੇ। ਨਹੀਂ ਕਰਨ ਦਿੱਤੀਆਂ ਗਈਆਂ। ਪੰਜਾਬ ਵਿੱਚ ਵੀ ਇਸ ਤਰ੍ਹਾਂ ਹੋਇਆ, ਹਰਿਆਣੇ 'ਚ ਵੀ ਇਸ ਤਰ੍ਹਾਂ ਹੋਇਆ, ਯੂਪੀ ਵਿੱਚ ਵੀ ਇਸ ਤਰ੍ਹਾਂ ਹੋਇਆ, ਬਿਹਾਰ 'ਚ ਵੀ ਇਸ ਤਰ੍ਹਾਂ ਹੋਇਆ, ਗੁਜਰਾਤ 'ਚ ਵੀ ਇਸ ਤਰ੍ਹਾਂ ਹੋਇਆ। ਸਾਰੀਆਂ ਥਾਵਾਂ ਤੇ ਕਿਸਾਨਾਂ ਨੇ ਇੱਕ ਸਿਆਸੀ ਬਦਲਾਅ ਖੜਾ ਕਰਤਾ। ਅੱਜ ਕੋਈ ਵੀ ਬੰਦਾ ਕਿਸੇ ਵੀ ਅਫਸਰ ਕੋ ਜਾ ਕੇ ਕਵੇ ਜੀ ਮੈਂ ਕਿਸਾਨ ਯੂਨੀਅਨ ਦਾ ਲੀਡਰ ਹਾਂ, ਤੇ ਅਫਸਰ ਇੱਕ ਕਿਸਮ ਦਾ ਖੜਾ ਹੀ ਹੋ ਜਾਂਦਾ ਕਿ ਇਹਦਾ ਕੰਮ ਪਹਿਲਾਂ ਕਰੋ ਭਾਈ। ਬਿਲਕੁਲ ਜੀ, ਬਿਲਕੁਲ। ਹਾਂਜੀ, ਇਹ ਇੱਕ ਇਸ ਤਰੀਕੇ ਦਾ ਮਾਹੌਲ ਜਿਹੜਾ ਬਣਿਆ, ਇਹ ਕਿਸਾਨੀ ਅੰਦੋਲਨ ਦੀ ਬੜੀ ਵੱਡੀ ਪ੍ਰਾਪਤੀ ਹੈ। ਉਸ ਤੋਂ ਬਾਅਦ ਦੀ ਜਿਹੜੀ ਪ੍ਰਾਪਤੀ ਨਵੀਂ ਹੈ ਉਹ ਇਹ ਕਿ ਇੱਕ ਨਵੀਂ ਲੀਡਰਸ਼ਿਪ ਪੈਦਾ ਹੋਈ। ਕਦੀ ਕਿਸੇ ਨੇ ਨਾਂ ਸੁਣਿਆ ਸੀ ਬਲਬੀਰ ਸਿੰਘ ਰਾਜੇਵਾਲ ਦਾ? ਮੈਂ ਤਾਂ ਨਹੀਂ ਸੁਣਿਆ ਸੀ। ਕਿਤੇ ਅਖਬਾਰ ਅਖੂਰ 'ਚ ਮਾੜਾ ਮੋਟਾ ਪੜ੍ਹ ਲਿਆ, ਕਿਤੇ ਬਹੁਤਾ ਧਿਆਨ ਨਹੀਂ ਸੀ ਦਿੱਤਾ। ਰੁਲਦੂ ਸਿੰਘ ਦਾ ਕਿਸੇ ਨੇ ਨਾਂ, ਰੁਲਦਾ ਸਿੰਘ ਦਾ ਨਾਂ ਕਿਸੇ ਨੇ ਨਹੀਂ ਸੁਣਿਆ ਸੀਗਾ। ਹਾਂਜੀ, ਇਹਨਾਂ ਦਾ ਕਿਸੇ ਨੇ ਨਾਂ ਨਹੀਂ ਸੀ ਸੁਣਿਆ। ਇੱਕ ਨਵੀਂ ਲੀਡਰਸ਼ਿਪ ਪੈਦਾ ਹੋਈ ਜਿਨ੍ਹਾਂ ਨੇ ਸਰਕਾਰ ਨੂੰ ਲਾਜਵਾਬ ਕਰਤਾ, ਉਹਨਾਂ ਦੇ ਮੋਹਰੇ ਬੈਠ ਕੇ ਕਿ ਤੁਸੀਂ ਜਿਹੜੇ ਕਾਨੂੰਨਾਂ ਦੀ ਗੱਲ ਕਰਦੇ ਹੋ ਉਹਨਾਂ ਕਾਨੂੰਨਾਂ 'ਚ ਇਹ ਲਿਖਿਆ ਹੋਇਆ। ਇਹ ਇੱਕ ਬਹੁਤ ਵੱਡੀ ਗੱਲ ਹੈ। ਨਹੀਂ ਤੇ ਆਮ ਤੌਰ ਤੇ ਸਿਆਸੀ ਪਾਰਟੀਆਂ ਜਿਹੜੀਆਂ ਉਹ ਸਮਝਦੀਆਂ ਹੁੰਦੀਆਂ ਕਿ ਗੱਲਕਾਰ ਤਾਂ ਅਸੀਂ ਜੰਮੇ ਆ, ਹੋਰ ਨਹੀਂ ਕੋਈ ਵੀ। ਇਹਨਾਂ ਨੇ ਗੈਰ ਸਿਆਸੀ ਹੋਣ ਦੇ ਬਾਵਜੂਦ ਵੀ ਇਹ ਸਾਬਤ ਕਰ ਦਿੱਤਾ ਕਿ ਸਾਨੂੰ ਇਹਨਾਂ ਕਾਨੂੰਨਾਂ ਦੀ ਹਰ ਗੱਲ ਦਾ ਪਤਾ, ਲਫ਼ਜ਼ ਦੇ ਮਹਿਣੇ ਸਾਨੂੰ ਪਤਾ ਹੈਗੇ। ਔਰ ਉਹਨਾਂ ਨੇ ਉਹਨਾਂ ਦਾ ਜੀਣਾ ਦੁੱਭਰ ਕਰ ਦਿੱਤਾ। ਜਿਹੜੇ ਮੰਤਰੀ ਸੰਤਰੀ ਆਏ ਸੀ ਉਹ ਉੱਠ ਕੇ ਆਪਦੇ ਆਕਾ ਨੂੰ ਪੁੱਛਦੇ ਹੁੰਦੇ ਸੀਗੇ ਕਿ ਹੁਣ ਤਾਂ ਕਿਸਾਨ ਆਹ ਕਹਿੰਦੇ ਆ, ਐਸ ਜਿਹੜੀ ਧਾਰਾ ਦਾ ਮਤਲਬ ਆਹ ਦੱਸਦੇ ਆ। ਕਿਸਾਨਾਂ ਨੂੰ ਉਹਨਾਂ ਧਾਰਾਵਾਂ ਬਾਰੇ ਜ਼ਿਆਦਾ ਪਤਾ ਸੀਗਾ, ਮੰਤਰੀਆਂ ਨੂੰ ਨਹੀਂ ਸੀ ਪਤਾ। ਇੱਕ ਨਵੀਂ ਜਿਹੜੀ ਲੀਡਰਸ਼ਿਪ ਪੈਦਾ ਹੋਈ ਹੈ, ਔਰ ਉਹ ਲੀਡਰਸ਼ਿਪ ਹੋਈ ਆਮ ਲੋਕਾਂ ਦੇ ਵਿੱਚੋਂ ਪੈਦਾ, ਆਮ ਕਿਸਾਨਾਂ ਚੋਂ ਪੈਦਾ ਹੋਈ। ਇਹਦੇ ਨਾਲ ਕੀ ਆਮ ਲੋਕਾਂ 'ਚ ਕੌਨਫੀਡੈਂਸ ਵਧਿਆ ਕਿ ਸਾਡੇ ਵਿੱਚੋਂ ਵੀ ਲੀਡਰ ਪੈਦਾ ਹੋ ਸਕਦਾ। ਇੱਕ ਬਹੁਤ ਵੱਡੀ ਪ੍ਰਾਪਤੀ ਜਿਹੜੀ ਹੈ ਇਸ ਅੰਦੋਲਨ ਦੀ ਕਹੀ ਜਾ ਸਕਦੀ 7 ਮਹੀਨਿਆਂ ਵਿੱਚ। ਉਦੋਂ ਬਾਅਦ ਅੰਦੋਲਨ ਤੋਂ ਸਬਕ ਵੀ ਬਹੁਤ ਸਾਰੇ ਆਏ। ਸਬਕ ਜਿਹੜੇ ਆਏ, ਜਦੋਂ ਵੀ ਕੋਈ ਅੰਦੋਲਨ, ਰਾਜੇਵਾਲ ਸਾਹਿਬ ਆਮ ਹੀ ਸਟੇਜ ਤੋਂ ਕਹਿੰਦੇ ਹੁੰਦੇ ਆ ਕਿ ਜੇ ਤਾਂ ਤੁਸੀਂ ਅੰਦੋਲਨ ਨੂੰ ਹਿੰਸਕ ਕਰ ਲਿਆ ਤੇ ਮੋਦੀ ਜਿੱਤੂ, ਜੇ ਤੁਸੀਂ ਜਿਹੜੇ ਹਿੰਸਕ ਨਹੀਂ ਕੀਤਾ, ਸ਼ਾਂਤੀ ਰੱਖੀ, ਇਹਨੂੰ ਡਿਸਪਲਿਨ 'ਚ ਰੱਖਿਆ, ਤੇ ਕਿਸਾਨ ਜਿੱਤ ਕੇ ਹੀ ਜਾਣਗੇ। ਇਹ ਗੱਲ ਉਹ ਬਾਰ-ਬਾਰ ਕਹਿੰਦੇ ਆ। ਇਹਦੇ ਪਿੱਛੇ ਲੌਜਿਕ ਇਹ ਹੈ ਕਿ ਕੋਈ ਵਾਰੀ ਸ਼ਰਾਰਤ ਕੋਈ ਹੋਰ ਕਰ ਦਿੰਦਾ, ਤੀਜਾ ਬੰਦਾ ਸ਼ਰਾਰਤ ਕਰ ਦਿੰਦਾ। ਮੇਲਿਆਂ ਮਸਾਦਿਆਂ 'ਚ ਦੇਖਿਆ ਆਪਾਂ, ਕੱਟ-ਕੁੱਟ ਹੋਇਆ ਹੁੰਦਾ, ਐਵੇਂ ਕਿਸੇ ਨੇ ਛੁਰਲੀ ਛੱਡ ਦੇਣੀ ਤੇ ਉਹ ਮੇਲਾ ਹੀ ਖੰਡ ਪੁੰਨੇ ਜਾਂਦਾ। ਇਹ ਅੰਦੋਲਨ ਸੀ, ਇੱਕ ਤੁਹਾਡੀ ਹੋਂਦ ਦੀ ਲੜਾਈ ਸੀ, ਆਪਦੀ ਫਿਊਚਰ ਦੀ ਗੱਲ ਹੈਗੀ ਹੈ। ਆਪਾਂ ਕਹਿੰਦੇ ਨੋ ਫਾਰਮਰ ਨੋ ਫੂਡ। ਜੇ ਫਾਰਮਰਸ ਕਿਸਾਨ ਹੀ ਨਹੀਂ ਰਹਿਣਗੇ, ਅਨਾਜ ਕੌਣ ਪੈਦਾ ਕਰੂਗਾ? ਅਨਾਜ ਕਿੱਥੋਂ ਆਊ? ਜਾਂ ਅਨਾਜ ਜਿਹੜਾ ਹੋਊਗਾ ਪੈਦਾ ਵੀ ਹੋਇਆ ਹੋਊਗਾ ਉਹ ਵੱਡਿਆਂ ਘਰਾਣਿਆਂ ਦੇ ਢੋਲਾਂ 'ਚ ਪੈ ਜਾਣਾ, ਆਮ ਲੋਕਾਂ ਦੇ ਪੱਲੇ ਤਾਂ ਕੁਛ ਪੈਣਾ ਹੀ ਨਹੀਂ। ਇਸ ਅੰਦੋਲਨ ਨੇ ਇਹ ਸਬਕ ਵੀ ਸਿਖਾਇਆ ਕਿ ਹਿੰਸਾ ਨਹੀਂ ਕਰਨੀ। ਨਹੀਂ ਤੇ ਆਮ ਤੌਰ ਤੇ ਅੰਦੋਲਨ ਜਿਹੜੇ ਹਿੰਸਕ ਹੁੰਦੇ ਆ। ਬੰਗਾਲ ਵਿੱਚ ਇੱਕ ਅੰਦੋਲਨ ਸ਼ੁਰੂ ਹੋਇਆ ਸੀ, ਨਕਸਲਵਾੜੀ ਅੰਦੋਲਨ। ਉਹ ਨਕਸਲਵਾੜੀ ਪਿੰਡ ਦਾ ਨਾਮ, ਛੋਟੇ ਟਾਊਨ ਦਾ ਨਾਮ, ਰੇਲਵੇ ਸਟੇਸ਼ਨ ਵੀ ਰੇਲ ਵੀ ਹੈਗੀ ਉੱਥੇ ਲੋਕ ਮੰਗ ਕਰਦੇ ਸੀ, ਉੱਥੋਂ ਦੇ ਕਿਸਾਨ, ਕਿ ਇਹ ਜ਼ਮੀਨਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਜਾਣ, ਮਾਲਕੀ ਦੇ ਹੱਕ ਜਿਹੜੇ ਇਹ ਵਾਹੁੰਦੇ ਆ। ਉਹ ਅੰਦੋਲਨ ਜਿਹੜਾ ਸੀਗਾ, ਇੱਕ ਲਹਿਰ ਚੱਲੀ ਸੀ, ਪੂਰੇ ਪੰਜਾਬ ਤੱਕ ਵੀ ਆ ਗਈ, ਬੰਗਾਲ ਤੋਂ ਚੱਲ ਕੇ ਪੰਜਾਬ ਤੱਕ ਵੀ ਆ ਗਈ, ਪੂਰੇ ਹਿੰਦੁਸਤਾਨ 'ਚ ਆ ਗਈ। ਪਰ ਉਹਦੇ 'ਚ ਕਿਤੇ ਨਾ ਕਿਤੇ ਹਿੰਸਾ ਹੋਈ, ਥੋੜੀ ਹੋਈ ਜਾਂ ਬਹੁਤੀ ਹੋਈ, ਉਹ ਚਰਚਾ ਦਾ ਵਿਸ਼ਾ ਨਹੀਂ ਹੈ। ਪਰ ਇਸ ਅੰਦੋਲਨ ਨੇ ਇਹ ਸਾਬਤ ਕਰਤਾ ਕਿ ਜੇ ਹਿੰਸਾ ਹੋਈ ਤੇ ਕਿਸਾਨ ਹਾਰ ਜਾਣਗੇ। ਜੇ ਹਿੰਸਾ ਨਾ ਹੋਈ, ਸ਼ਾਂਤੀ ਹੋਈ, ਕੰਟਰੋਲ ਹੋਇਆ, ਜਾਬਤਾ ਹੋਇਆ, ਕਿਸਾਨ ਜਿੱਤਣਗੇ, ਸਰਕਾਰ ਹਾਰੂਗੀ। ਸਰਕਾਰ ਨੂੰ ਕਿਸਾਨਾਂ ਦੀ ਮੰਗ ਮੰਨਣੀ ਪਊਗੀ। ਇਹ ਅਟਲ ਸੱਚਾਈ ਹੈ। ਇਹ ਇੱਕ ਬਹੁਤ ਵੱਡਾ ਸਬਕ ਜਿਹੜਾ ਸੀਗਾ ਅੰਦੋਲਨਕਾਰੀਆਂ ਨੂੰ ਮਿਲਿਆ। ਅੰਦੋਲਨ ਕਰਨ ਵਾਲੇ ਅੱਜ ਕਿਸਾਨ ਆ ਜਾਂ ਮਜ਼ਦੂਰ ਹੈ, ਕੱਲ ਨੂੰ ਮੁਲਾਜ਼ਮ ਵੀ ਹੋ ਸਕਦੇ, ਛੋਟੇ ਦੁਕਾਨਦਾਰ ਵੀ ਹੋ ਸਕਦੇ, ਕੋਈ ਹੋਰ ਵੀ ਇੱਕ ਤਬਕਾ ਹੋ ਸਕਦਾ। ਉਹਨਾਂ ਸਾਰਿਆਂ ਵਾਸਤੇ ਇੱਕ ਬਹੁਤ ਵਧੀਆ ਪਲੇਟਫਾਰਮ ਸਿਰਜ ਕੇ ਦੇ ਦਿੱਤਾ, ਇੱਕ ਬਹੁਤ ਵਧੀਆ ਸਿਧਾਂਤ ਬਣਾ ਕੇ ਦੇ ਦਿੱਤਾ ਕਿ ਹਿੰਸਾ ਨਹੀਂ ਕਰਨੀ। ਇੱਕ ਬਹੁਤ ਵਧੀਆ ਗੱਲ ਸੀ। ਦੂਜਾ ਸੀਗਾ ਜੀ ਆਪਸੀ ਭਾਈਚਾਰੇ ਦੀ ਗੱਲ।
ਭਾਈਚਾਰਾ ਤੁਸੀਂ ਦੇਖੋ, ਹੁਣ ਤੱਕ ਪੰਜਾਬ ਦੇ ਲੋਕ ਇਹ ਕਹਿੰਦੇ ਸੀਗੇ ਕਿ ਹਰਿਆਣੇ ਨੂੰ ਅਸੀਂ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਜਾਣ ਦੇਣੀ। ਹਾਂਜੀ ਹਾਂਜੀ ਬਿਲਕੁਲ। ਸਿਆਸੀ ਪਾਰਟੀਆਂ, ਆਮ ਲੋਕ ਨਹੀਂ, ਸਿਆਸੀ ਪਾਰਟੀਆਂ, ਭਾਵੇਂ ਉਹ ਅਕਾਲੀ ਦਲ ਹੋਵੇ ਤੇ ਭਾਵੇਂ ਹੋਰ ਕਮਿਊਨਿਸਟ ਹੋਣ ਤੇ ਭਾਵੇਂ ਕੋਈ ਵੀ ਹੋਵੇ, ਉਹ ਕਹਿੰਦੇ ਨਾ ਜੀ ਅਸੀਂ ਤਾਂ ਕਿਸੇ ਤਰੀਕੇ ਨਾਲ ਵੀ ਹਰਿਆਣੇ ਨੂੰ ਬੂੰਦ ਇੱਕ ਵੀ ਨਹੀਂ ਜਾਣ ਦੇਣੀ ਪਾਣੀ ਦੀ। ਠੀਕ ਹੈ ਜੀ। ਜਾਂ ਹਰਿਆਣੇ ਨੂੰ ਵਿੱਚ ਜਿਹੜੇ ਰਹਿ ਗਏ ਆ ਪੰਜਾਬੀ ਬੋਲਦੇ ਇਲਾਕੇ, ਉਹ ਪੰਜਾਬ ਨੂੰ ਦਿੱਤੇ ਜਾਣ, ਜਾਂ ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾਵੇ। ਸਾਰਾ ਕੁਝ ਵਸਾਰ ਦਿੱਤਾ ਇਸ ਅੰਦੋਲਨ ਨੇ। ਉਹਨਾਂ ਨੇ, ਕਿਸਾਨਾਂ ਨੇ ਕਿਹਾ ਵੀ ਚੰਡੀਗੜ੍ਹ ਅਸੀਂ ਲੈ ਲਾਂਗੇ, ਫੇਰ ਇਹਦੇ ਬਾਰੇ ਗੱਲ ਕਰ ਲਾਂਗੇ, ਫਿਰ ਇਹ ਸਾਡੀ ਪ੍ਰਾਇੋਰਟੀ ਨਹੀਂ ਹੈਗੀ। ਪੰਜਾਬੀ ਬੋਲਦੇ ਇਲਾਕੇ ਸਾਡੀ ਪ੍ਰਾਇੋਰਟੀ ਨਹੀਂ ਹੈਗੀ। ਪਾਣੀ ਦਾ ਮੁੱਦਾ ਸਾਡਾ ਪ੍ਰਾਇੋਰਟੀ ਨਹੀਂ ਹੈਗੀ। ਸਾਡੀ ਕੋਈ ਪਹਿਲ ਕਦਮੀ ਨਹੀਂ ਹੈਗੀ ਇਸ ਮਾਮਲੇ 'ਚ। ਅਸੀਂ ਸਾਰਾ ਕੁਝ ਛੱਡ ਕੇ ਪਹਿਲੇ ਤਰਵਾਈਏ। ਸਾਡੀ ਪਹਿਲ ਕਦਮੀ ਕੀ ਹੈ ਕਿ ਅਸੀਂ ਭਰਾ ਵਾਂ। ਤੁਹਾਨੂੰ ਯਾਦ ਹੋਊਗਾ ਜਦੋਂ 26 ਨਵੰਬਰ ਨੂੰ ਕਿਸਾਨਾਂ ਨੇ ਪੰਜਾਬ ਵਿੱਚੋਂ ਕੂਚ ਸ਼ੁਰੂ ਕੀਤਾ ਸੀਗਾ, ਤੇ ਜਿਹੜੇ ਵੱਡੇ ਵੱਡੇ ਬੈਰੀਕੇਡ ਲੱਗੇ ਸੀਗੇ ਉਹ ਸਾਰੇ ਹਰਿਆਣੇ ਦੇ ਲੋਕਾਂ ਨੇ, ਹਰਿਆਣੇ ਦੇ ਕਿਸਾਨਾਂ ਨੇ ਪਿੱਛੇ ਕੀਤੇ ਸੀਗੇ। ਟਰਾਲੇ ਵੱਡੇ ਵੱਡੇ ਖੜੇ ਕੀਤੇ ਹੋਏ ਸੀਗੇ, ਮਿੱਟੀ ਨਾਲ ਭਰ ਕੇ ਸੜਕਾਂ ਪੱਟ ਦਿੱਤੀਆਂ ਗਈਆਂ ਸੀਗੀਆਂ, ਪਾਣੀ ਦੀਆਂ ਬੁਛਾਰਾਂ ਜਿਹੜੀਆਂ ਸੀ ਉਹ ਹੋ ਰਹੀਆਂ ਸੀਗੀਆਂ। ਇਹ ਸਾਰਾ ਕੁਝ ਜਿਹੜਾ ਸੀਗਾ, ਇਹ ਕਿਸਾਨਾਂ ਨੇ ਇਹ ਅਹਿਸਾਸ ਕੀਤਾ, ਹਰਿਆਣੇ ਦੇ ਕਿਸਾਨਾਂ ਨੇ, ਕਿ ਪੰਜਾਬ ਸਾਡਾ ਵੱਡਾ ਭਰਾ, ਤੇ ਪੰਜਾਬੀਆਂ ਨੇ ਕਿਹਾ ਕਿ ਹਰਿਆਣਾ ਸਾਡਾ ਛੋਟਾ ਭਰਾ। ਸਾਨੂੰ ਤਾਂ ਇਹ ਰਾਜਨੀਤਿਕ ਲੋਕਾਂ ਨੇ, ਸਿਆਸੀ ਲੋਕਾਂ ਨੇ, ਸਰਕਾਰਾਂ ਨੇ ਅੱਡ ਅੱਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਾਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਡੇ 'ਚ ਕੋਈ ਵਖਰੇਵਾਂ ਨਹੀਂ ਹੈਗਾ, ਅਸੀਂ ਇਕੱਠੇ। ਇਹ ਇੱਕ ਭਾਈਚਾਰਾ ਨਵੀਂ ਕਿਸਮ ਦਾ ਪੈਦਾ ਹੋਇਆ, ਜਿਹੜਾ ਪੀੜਾ ਹੋਣਾ, ਪੱਕਾ ਹੋਣਾ, ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਸਭ ਤੋਂ ਅਖੀਰ ਤੇ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਹਰਿਆਣੇ ਬਾਰੇ ਇੱਕ ਗੱਲ ਹੈ। ਹਰਿਆਣੇ ਵਿੱਚ ਖਾਪ ਪੰਚਾਇਤਾਂ ਦਾ ਕਨਸੈਪਟ ਹੈ। ਇੱਕ ਪੰਚਾਇਤਾਂ ਹੁੰਦੀਆਂ, ਉਹ ਰਾਜਨੀਤਿਕ, ਉਹ ਪੰਚਾਇਤੀ ਫੈਸਲਾ ਨਹੀਂ ਕਰਦੀਆਂ ਵੀ ਆ ਗਲੀ ਕਿੱਧਰ ਨੂੰ ਬਣਾਉਣੀ ਆ, ਨਾਲੀ ਕਿੱਧਰ ਨੂੰ ਕੱਢਣੀ ਆ, ਛੱਪੜ ਦਾ ਪਾਣੀ ਕੀ ਕਰਨਾ, ਸਕੂਲ ਦਾ ਕੀ ਕਰਨਾ, ਛੋਟੀ ਮੋਟੀ ਡਿਸਪੈਂਸਰੀ ਜੇ ਪਿੰਡ 'ਚ ਹੈਗੀ ਤਾਂ ਉਹਦਾ ਕੀ ਕਰਨਾ। ਉਹ ਇਹ ਨਹੀਂ ਕਰਦੇ। ਖਾਪ ਪੰਚਾਇਤਾਂ ਦੇ ਉੱਤੇ ਇੱਕ ਕਿਸਮ ਦਾ ਕਲੰਕ ਲੱਗਾ ਹੋਇਆ ਸੀਗਾ ਕਿ ਇਹ ਜਿੰਨੇ ਵੀ ਫੈਸਲੇ ਕਰਦੇ, ਜਿੰਨੀਆਂ ਵੀ ਮੀਟਿੰਗਾਂ ਕਰਦੇ, ਇਹ ਔਰਤਾਂ ਦੇ ਵਿਰੁੱਧ ਹੁੰਦੀਆਂ, ਔਰਤਾਂ ਨੂੰ ਗੁਲਾਮੀ ਵੱਲ ਧੱਕਦੀਆਂ। ਪਹਿਲੀ ਵਾਰੀ ਖਾਪ ਪੰਚਾਇਤਾਂ ਵੱਲੋਂ ਜਾਂ ਜਾਟ ਅੰਦੋਲਨ ਫੇਲ ਹੋਇਆ ਸੀਗਾ, ਉਹ 'ਚ ਵੀ ਖਾਪ ਪੰਚਾਇਤਾਂ ਦਾ ਕੋਈ ਇੱਦਾਂ ਦਾ ਯੋਗਦਾਨ ਸੀਗਾ, ਤੇ ਉਹ ਵੀ ਉਹ ਰੀਅਲਾਈਜ਼ ਕਰਦੇ ਸੀਗੇ, ਮਹਿਸੂਸ ਕਰਦੇ ਸੀ ਉਹਨਾਂ ਨੇ ਕਿ ਸਾਡਾ ਅੰਦੋਲਨ ਜਿਹੜਾ ਵਾ ਸਾਡੀ ਗਲਤ ਨੀਤੀ ਕਰਕੇ ਫੇਲ ਹੋ ਜਾਂਦਾ। ਤੇ ਉਹਨਾਂ ਦੇ ਇੱਕ ਜਿਹੜਾ ਖਾਪ ਪੰਚਾਇਤਾਂ ਦੇ ਉੱਤੇ ਕਲੰਕ ਲੱਗਾ ਹੋਇਆ ਸੀ, ਉਹ ਵੀ ਇਸ ਅੰਦੋਲਨ ਨੇ ਧੋ ਦਿੱਤਾ। ਕਿਉਂ ਧੋ ਦਿੱਤਾ? ਖਾਪ ਪੰਚਾਇਤਾਂ ਖੁਦ ਮੈਦਾਨ ਵਿੱਚ ਆ ਗਈਆਂ ਕਿ ਅਸੀਂ ਕਿਸਾਨਾਂ ਦੇ ਨਾਲ। ਹੁਣ ਜਦੋਂ ਇਦਾਂ ਦੀ ਇੱਕ ਉਭਾਰ ਬਣ ਗਿਆ, ਇਹ ਇੱਕ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ। ਤੁਸੀਂ 7 ਸਵਾਲ ਪੁੱਛੇ ਸੀ, ਮੈਂ 7 ਦੇ ਜਵਾਬ ਤੁਹਾਨੂੰ ਦੇ ਦਿੱਤੇ। ਇਹ ਕਿਸਾਨੀ ਅੰਦੋਲਨ ਵੱਲੋਂ ਪਿਛਲੇ ਲੰਘੇ ਕੱਲ ਫਿਰ ਗਵਰਨਰਾਂ ਨੂੰ ਜਿਹੜੇ ਮੰਗ ਪੱਤਰ ਦਿੱਤੇ ਗਏ ਆ, ਕਿੱਥੇ ਕਿੱਥੇ ਪ੍ਰਭਾਵ ਰਿਹਾ ਇਹਨਾਂ ਦਾ? ਕੀ ਲੱਗਦਾ ਵੀ ਗਵਰਨਰਾਂ ਨੂੰ ਜਿਹੜੇ ਹੈਗੇ ਮੰਗ ਪੱਤਰ ਦੇਣ ਨਾਲ ਕੋਈ ਮਸਲਾ ਜਿਹੜਾ ਸੁਲਝਦਾ ਨਜ਼ਰ ਆ ਰਿਹਾ? ਕੀ ਕਹਿੰਦੇ ਤੁਸੀਂ? ਮਸਲਾ ਸੁਲਝੇ ਜਾਂ ਨਾ ਸੁਲਝੇ ਉਹ ਇੰਪੋਰਟੈਂਟ ਨਹੀਂ ਹੈ ਜੀ। ਕਿਸਾਨਾਂ ਨੇ ਫੈਸਲਾ ਕੀਤਾ ਸੀ ਕਿ 26 ਜੂਨ ਨੂੰ ਅਸੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਜੀ ਮੈਮੋਰੰਡਮ ਦੇਣੇ ਆ, ਤੇ ਦੇਣੇ ਹੈਗੇ ਗਵਰਨਰ ਤੋਂ, ਕਿਉਂਕਿ ਗਵਰਨਰ ਜਿਹੜਾ ਸਿੱਧਾ ਡਾਇਰੈਕਟ ਰਾਸ਼ਟਰਪਤੀ ਦੇ ਅੰਡਰ ਹੈ, ਉਹਦੇ ਨਾਲ ਸਿੱਧਾ ਸੰਪਰਕ ਹੁੰਦਾ। ਇਸ ਕਰਕੇ ਥਾਂ ਥਾਂ ਤੇ ਫੈਸਲਾ ਕੀਤਾ ਗਿਆ ਸੀ ਵੀ ਜਿੱਥੇ ਵੀ ਤੁਹਾਡਾ ਜ਼ੋਰ ਲੱਗਦਾ ਪੈਂਦਾ, ਕੈਪੀਟਲ ਸਿਟੀ ਦੇ ਵਿੱਚ, ਤੁਸੀਂ ਜਦੋਂ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਹੈਗੀ ਹੈ, ਜਿੱਥੇ ਵੀ ਤੁਹਾਡਾ ਜ਼ੋਰ ਪੈਂਦਾ ਹੈਗਾ, ਉੱਥੇ ਗਵਰਨਰ ਹਾਊਸ ਵਿੱਚ ਜਾ ਕੇ ਤੁਸੀਂ ਇਹ ਮੰਗ ਪੱਤਰ ਦੇਵੋ। ਪੂਰੇ ਭਾਰਤ ਵਿੱਚ ਇਹਦਾ ਬਹੁਤ ਵਧੀਆ ਪ੍ਰਭਾਵ ਗਿਆ। ਕਿਸਾਨਾਂ ਨੇ ਸਾਬਤ ਕਰਤਾ ਕਿ ਅਸੀਂ ਸਿਰਫ ਦਿੱਲੀ ਜਾ ਕੇ ਨਹੀਂ ਬੈਠੇ, ਸਾਡੇ ਪਿੱਛੇ ਜਿਹੜੇ ਰਹਿ ਗਏ ਲੋਕ ਹੈ, ਜਿਹੜੇ ਜੇ ਪਿੰਡਾਂ ਵਿੱਚ ਹੀ ਬੈਠੇ ਆ ਜਾਂ ਪਿੰਡਾਂ 'ਚ ਗਏ ਹੋਏ ਕੰਮਾਂ ਕਰਨ ਵਾਸਤੇ, ਉਹ ਵੀ ਓਨੇ ਹੀ ਸਰਗਰਮ ਆ, ਉਹਨਾਂ ਦਾ ਵੀ ਯੋਗਦਾਨ ਓਨਾ ਹੀ ਹੈਗਾ ਇਸ ਅੰਦੋਲਨ ਦੇ ਵਿੱਚ, ਜਾਂ ਉਹ ਓਨੇ ਹੀ ਜਿਹੜੀ ਉਤਸ਼ਾਹ ਦੇ ਨਾਲ ਇਹਦੇ ਵਿੱਚ ਸਾਡੀ ਸ਼ਿਰਕਤ ਕਰਦੇ ਹੈਗੇ। ਪੰਜਾਬ ਦੀ ਗੱਲ ਜੇ ਕਰ ਰਹੀ ਤੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ, ਹਰਿਆਣੇ ਵੱਲੋਂ ਗੁਰਨਾਮ ਸਿੰਘ ਚੜੂਨੀ ਤੇ ਜੋਗਿੰਦਰ ਯਾਦਵ, ਇੱਧਰੋਂ ਪੰਜਾਬ ਵੱਲੋਂ ਜਿਹੜੇ ਸੀਗੇ ਆਪਣੇ ਬਲਬੀਰ ਸਿੰਘ ਰਾਜੇਵਾਲ ਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਤੁਸੀਂ ਨਾਂ ਲਿਆ ਸੀ, ਹੋਰ ਬਹੁਤ ਸਾਰੇ, ਇਹਨਾਂ ਨੇ ਉਧਰ ਨੂੰ ਚੰਡੀਗੜ੍ਹ ਵੱਲ ਨੂੰ ਮਾਰਚ ਸ਼ੁਰੂ ਕੀਤਾ। ਦੋਨਾਂ ਪਾਸਿਆਂ ਤੇ ਬਹੁਤ ਜ਼ਿਆਦਾ ਜ਼ੁਲਮ ਹੋਇਆ, ਲਾਠੀਚਾਰਜ ਵੀ ਹੋਇਆ, ਪਾਣੀ ਦੀਆਂ ਬੁਛਾੜਾਂ ਵੀ ਹੋਈਆਂ, ਪੱਗਾਂ ਵੀ ਰੱਖੀਆਂ, ਬਹੁਤ ਬੁਰਾ ਹਾਲ ਹੋਇਆ। ਇਹਦੇ ਬਾਵਜੂਦ ਕਿਸਾਨਾਂ ਨੇ ਹੌਸਲਾ ਨਹੀਂ ਛੱਡਿਆ,
ਉਹਨਾਂ ਨੇ ਮਜਬੂਰ ਕਰਤਾ ਐਡਮਿਨਿਸਟ੍ਰੇਸ਼ਨ ਨੂੰ ਕਿ ਤੁਹਾਨੂੰ ਸਾਡੇ ਮੰਗ ਪੱਤਰ ਲੈਣੇ ਪੈਣਗੇ। ਉਂਝ ਵੈਸੇ ਕੋਈ ਅਕਲਮੰਦੀ ਨਹੀਂ ਹੈ ਸਰਕਾਰ ਦੀ ਕਿ ਉਹ ਚਾਰੇ ਬੰਦੇ ਚੰਡੀਗੜ੍ਹ ਨੂੰ ਘੇਰਾ ਪਾ ਲਵੇ ਕਿ ਅਸੀਂ ਤਾਂ ਇੱਥੋਂ ਚਿੜੀ ਨਹੀਂ ਫੜਕਣ ਦੇਣੀ, ਬਾਹਰੋਂ ਕਿਸੇ ਨੂੰ ਆਉਣ ਨਹੀਂ ਦੇਣੀ। ਚੰਡੀਗੜ੍ਹ ਕਿਸੇ ਦਾ ਪਿਓਰ ਥੋੜੀ ਹੈ, ਚੰਡੀਗੜ੍ਹ ਭਾਰਤੀਆਂ ਦਾ, ਪੰਜਾਬੀਆਂ ਦਾ, ਹਰਿਆਣਾ ਵਾਲਿਆਂ ਦਾ। ਠੀਕ ਹੈ ਜੀ, ਚੰਡੀਗੜ੍ਹ ਤੋਂ ਕੋਈ ਵੀ ਜਾ ਸਕਦਾ, ਆਮ ਲੋਕਾਂ ਦਾ ਸ਼ਹਿਰ ਹੈ। ਜੇਕਰ ਉਹ ਪੂਰੇ ਅਨੁਸ਼ਾਸਨ ਦੇ ਨਾਲ ਕਿਸੇ ਰਾਜਪਾਲ ਨੂੰ ਮਿਲਣਾ ਚਾਹੁੰਦੇ ਆ ਤਾਂ ਹਰੇਕ ਦਾ ਅਧਿਕਾਰ ਆ। ਨਹੀਂ, ਰਾਜਪਾਲ ਜਿਹੜਾ ਸੀ ਉਹ ਆਪ ਆ ਜਾਂਦਾ ਚੰਡੀਗੜ੍ਹ, ਚੰਡੀਗੜ੍ਹ ਵੜਨ ਤੋਂ ਪਹਿਲਾਂ ਹੀ ਬਾਹਰ ਹੀ ਖੜਾ ਹੁੰਦਾ ਵੀ ਲਿਆਓ ਕਿਸਾਨ ਵੀਰੋ, ਲਿਆਓ ਮੰਗ ਪੱਤਰ ਤੁਹਾਡਾ ਮੈਂ ਦੇਣਾ ਰਾਸ਼ਟਰਪਤੀ ਨੂੰ। ਕੀ ਇਹਦਾ ਘਟ ਜਾਂਦਾ? ਇਹ ਤਾਂ ਹੈਂਕੜਬਾਜੀ ਆ ਨਾ ਕਿ ਅਸੀਂ ਅੰਦਰ ਵੜਨ ਨਹੀਂ ਦੇਣਾ ਤੇ ਫਿਰ ਮੰਗ ਪੱਤਰ ਲੈਣ ਵੀ ਨਹੀਂ ਆਉਣਾ। ਠੀਕ ਹੈ ਨਾ, ਇਹ ਇਸ ਤਰੀਕੇ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਬੜੀ ਮੰਦਭਾਗੀ ਹੈ। ਇਹਦੇ ਨਾਲ ਅੰਦੋਲਨ ਜਿਹੜਾ ਤਿੱਖਾ ਹੋਊਗਾ। ਕਿਸਾਨਾਂ ਨੇ ਅੱਜ ਇਹ ਮਹਿਸੂਸ ਕੀਤਾ ਕਿ ਸਾਨੂੰ ਬਾਰ-ਬਾਰ ਜਲੀਲ ਕੀਤਾ ਜਾ ਰਿਹਾ, ਸਾਡੀ ਗੱਲ ਵੀ ਨਹੀਂ ਸੁਣੀ ਜਾ ਰਹੀ। ਇਹ ਗੱਲ ਸੰਭਵ ਨਹੀਂ ਹੈ ਕਿ ਕਿਸਾਨ ਚੁੱਪ ਕਰਕੇ ਬੈਠੇ ਰਹਿਣ। ਉਹ ਅੱਜ ਤੋਂ ਬਾਅਦ ਕੋਈ ਨਵਾਂ ਫੈਸਲਾ ਹੋਰ ਲੈਣਗੇ। ਟਕੈਤ ਸਾਹਿਬ ਨੇ ਤੇ ਕਹਿਤਾ ਕਿ ਟਰੈਕਟਰ ਜਿਹੜੇ ਅਸੀਂ ਦੁਬਾਰਾ ਤੇਲ ਪਾਣੀ ਚੈੱਕ ਕਰ ਲਿਆ ਇਹਨਾਂ ਦਾ, ਇਹ ਕੁਝ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ। ਇਸ ਕਰਕੇ ਸਰਕਾਰ ਨੂੰ ਕੰਨ ਹੋ ਜਾਣੇ ਚਾਹੀਦੇ। 26 ਜੂਨ ਦਾ ਇਹ ਦਿਨ ਜਿਹੜਾ ਸੀਗਾ ਇਸ ਮਾਮਲੇ 'ਚ ਬਹੁਤ ਇੰਪੋਰਟੈਂਟ ਰਿਹਾ। ਜੇ 26 ਜੂਨ ਦੀ ਗੱਲ ਕਰੀਏ ਤਾਂ ਜੇ ਥੋੜਾ ਪਿੱਛੇ ਚਲੇ ਜਾਈਏ, 26 ਜੂਨ 1975 ਦੀ ਜੇ ਮੈਂ ਗੱਲ ਕਰਾਂ ਤਾਂ ਉਦੋਂ ਐਮਰਜੈਂਸੀ ਲਾਈ ਗਈ ਸੀ। ਕੀ ਸੀ ਉਹਦੇ ਕਾਰਨ, ਕੀ ਸੀਗੇ, ਕਿਉਂ ਲਾਈ ਗਈ ਉਹ, ਮਤਲਬ ਕੀ ਉਹਦੇ ਪ੍ਰਭਾਵ ਕੀ ਪਏ? ਪਿੰਡਰ ਸਾਹਿਬ ਮਾਮਲਾ ਲੰਬਾ, ਗੱਲ ਬਹੁਤ ਲੰਬੀ ਹੋ ਜਾਣੀ। ਮੈਂ ਥੋੜੇ ਸ਼ਬਦਾਂ 'ਚ ਸਿਮਟਣ ਦੀ ਕੋਸ਼ਿਸ਼ ਕਰੂੰਗਾ। ਜਦੋਂ 1947 ਦੇ ਵਿੱਚ ਦੇਸ਼ ਨੂੰ ਆਜ਼ਾਦੀ ਮਿਲੀ, ਥੋੜੀ ਮਿਲੀ, ਬਹੁਤੀ ਮਿਲੀ, ਚੰਗੀ ਮਿਲੀ, ਮਾੜੀ ਮਿਲੀ, ਇਸ ਮਾਮਲੇ ਤੇ ਆਪਾਂ ਗੱਲ ਨਾ ਕਰੀਏ। ਜਦੋਂ ਆਜ਼ਾਦੀ ਮਿਲੀ ਤੇ ਬਹੁਤ ਸਾਰੇ ਲੋਕਾਂ ਨੂੰ ਇੱਕ ਚਾਅ ਸੀਗਾ ਜਾਂ ਇੱਕ ਉਮੀਦ ਸੀਗੀ ਕਿ ਜਿਹੜੀ ਸਰਕਾਰ ਸਾਡੀ ਹੋਊਗੀ, ਯਾਨੀ ਹੁਣ ਗੋਰਿਆਂ ਦੀ ਸਰਕਾਰ ਤਾਂ ਹੋਣੀ ਨਹੀਂ, ਭਾਰਤੀਆਂ ਦੀ ਸਰਕਾਰ ਹੋਊ, ਹਿੰਦੁਸਤਾਨੀਆਂ ਦੀ ਚੁਣੀ ਹੋਈ ਸਰਕਾਰ ਹੋਊ, ਔਰ ਉਹ ਜਿਹੜੀ ਸਰਕਾਰ ਹੋਊਗੀ ਸਾਡੀ ਦਸ਼ਾ ਬਦਲ ਦੂ, ਸਾਡੇ 'ਚ ਸੁਧਾਰ ਕਰ ਦੂ। ਸੁਧਾਰ ਕਿਹੜੇ? ਆਰਥਿਕ ਸੁਧਾਰਾਂ ਦੀ ਲੋੜ ਸੀ, ਰੋਟੀ ਦਾ ਮਸਲਾ ਸੀ, ਸਮਾਜਿਕ ਸੁਧਾਰਾਂ ਦੀ ਲੋੜ ਸੀ, ਦੇਸ਼ ਦੀ ਰਾਜਨੀਤੀ ਜਿਹੜੀ ਸੀਗੀ ਉਹ 'ਚ ਸੁਧਾਰਾਂ ਦੀ ਲੋੜ ਸੀਗੀ। ਕਿਉਂਕਿ ਉਹ ਅੰਗਰੇਜ਼ਾਂ ਦੇ ਵੇਲੇ ਤੇ ਬਹੁਤ ਸਾਰੇ ਟਾਊਟ ਹੁੰਦੇ ਸੀ, ਚਿੱਟ ਕੱਪੜੀਏ ਟਾਊਟ। ਠੀਕ ਹੈ ਜੀ, ਉਹ ਚਿੱਟ ਕੱਪੜੀਏ ਟਾਊਟਾਂ ਨੇ ਹੀ ਮੁੜ ਕੇ ਦੇਸ਼ ਦੀ ਰਾਜਨੀਤੀ ਸੰਭਾਲ ਲਈ। ਉਹ ਗੱਲ ਲੋਕਾਂ ਨੂੰ ਬਹੁਤ ਚੁੱਭਦੀ ਸੀਗੀ। ਨਕਸਲਵਾੜੀ ਅੰਦੋਲਨ ਦੀ ਆਪਾਂ ਗੱਲ ਪਹਿਲਾਂ ਕਰਕੇ ਹਟੇ ਹਾਂ। ਇਹ ਵੀ ਇੱਕ ਇਹ ਸੀ ਕਿ ਦੇਸ਼ ਸਾਡਾ, ਧਰਤੀ ਸਾਡੀ, ਅਸੀਂ ਇਹਨੂੰ ਵਾਹੁੰਦੇ ਬੀਜਦੇ ਹਾਂ, ਮਾਲਕ ਅਸੀਂ ਹੈ ਨਹੀਂ। ਕੌਣ ਹੈ ਮਾਲਕ? ਅਸਲੀ ਮਾਲਕ ਕੌਣ ਆ? ਜਦੋਂ ਕਿ ਖੇਤ ਜਿਹੜਾ ਵਾਹੁੰਦਾ ਬੰਦਾ ਉਹ ਮਾਲਕ ਹੋਣਾ ਚਾਹੀਦਾ। ਇਹ ਥੋੜੀ ਕਿ ਮਾਲਕ ਜਿਹੜਾ ਵਾ ਉਹ ਕਿਤੇ ਸਾਲ ਛਮਾਈ ਆਉਂਦਾ ਵਾ ਤੇ ਸਾਰੀ ਸਮੇਟ ਕੇ ਲੈ ਜਾਂਦਾ ਫਸਲ ਤੇ ਉਹ ਕਹਿੰਦਾ ਆ ਖਾਣ ਜੋਗੀ ਆਪ ਰੱਖ ਲਓ, ਬਾਕੀ ਸਾਰੀ ਮੇਰੀ। ਇਦਾਂ ਤਾਂ ਨਹੀਂ ਹੋਣੀ ਚਾਹੀਦੀ। ਬਹੁਤ ਸਾਰੇ ਹੋਰ ਸੀ। ਬਿਨਾਂ ਸ਼ੱਕ 1947 ਤੋਂ ਬਾਅਦ ਡਿਵੈਲਪਮੈਂਟ ਹੋਣੀ ਸ਼ੁਰੂ ਹੋਈ, ਤੇਜ਼ੀ ਨਾਲ ਵੀ ਹੋਈ, ਪਰ ਬਹੁਤ ਸਾਰੇ ਲੋਕਾਂ ਦੀ ਜਿਹੜੀ ਹਾਲਤ ਉਹ ਬਦਲੀ ਨਹੀਂ। ਗਰੀਬੀ ਜਿਹੜੀ ਸੀ ਉਹ ਅੱਤਦੀ ਰਹੀ, ਅਨਐਮਪਲਾਇਮੈਂਟ ਅੱਤਦੀ ਰਹੀ, ਕ੍ਰਾਈਮ ਜਿਹੜੇ ਦਿਨੋਂ ਦਿਨ ਵੱਧ ਗਏ। ਇੰਟਰਨੈਸ਼ਨਲ ਪੱਧਰ ਤੇ ਵੀ ਭਾਰਤ ਦਾ ਕੋਈ ਬਹੁਤਾ ਨਾਂ ਨਹੀਂ ਸੀ ਰਹਿ ਗਿਆ। ਜਵਾਹਰ ਲਾਲ ਨਹਿਰੂ ਨੇ ਬਾਗਡੋਰ ਸੰਭਾਲੀ ਦੇਸ਼ ਦੀ, ਬਿਨਾਂ ਸ਼ੱਕ ਬਹੁਤ ਸਾਰੇ ਚੰਗੇ ਕੰਮ ਵੀ ਹੋਏ, ਪਰ ਉਸ ਸਪੀਡ ਨਾਲ ਨਹੀਂ ਹੋਏ ਜਾਂ ਉਨੇ ਨਹੀਂ ਹੋਏ ਜਿੰਨੇ ਇੱਕ ਆਜ਼ਾਦ ਦੇਸ਼ ਵਿੱਚ ਹੋਣੇ ਚਾਹੀਦੇ ਸੀ। ਉਸ ਤੋਂ ਬਾਅਦ ਉਹਨਾਂ ਦੀ ਡੈਥ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਬਣੇ ਪ੍ਰਧਾਨ ਮੰਤਰੀ। ਲਾਲ ਬਹਾਦਰ ਸ਼ਾਸਤਰੀ ਨੂੰ ਕੋਈ ਬਹੁਤਾ ਸਮਾਂ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਉਹਨਾਂ ਦੇ ਸਮੇਂ 'ਚ ਦੇਸ਼ 'ਚ ਕਾਲ ਪੈ ਗਏ। ਉਹਨਾਂ ਨੇ ਜਿਹੜੀ ਹਰੀ ਕ੍ਰਾਂਤੀ ਲਿਆਉਣ ਦੀ ਗੱਲ ਰੱਖੀ ਵੀ ਜਿਹੜਾ ਕਾਲ ਪੈ ਗਿਆ ਤੇ ਦੂਜੇ ਦੇਸ਼ਾਂ ਵੱਲ ਦੇਖਣਾ ਪੈਂਦਾ, ਝਾਕਣਾ ਪੈਂਦਾ। ਅਮਰੀਕਾ ਵਰਗੇ ਮੁਲਕ ਜਿਹੜੇ ਆ ਉਹ ਮਹਿੰਗੇ ਭਾਅ ਤੇ ਕਣਕ ਦੇ ਰਹੇ ਸੀਗੇ, ਜਾਂ ਕਣਕ ਵੀ ਉਹ ਮੈਕਸੀਕਨ ਜੀ ਇੱਕ ਲਾਲ ਜਿਹੀ ਟੇਬਲ ਦੇ ਕਲਰ ਵਰਗਾ ਦਾ ਆਟਾ ਹੁੰਦਾ ਸੀਗਾ, ਖਾਣਾ ਵੀ ਔਖਾ, ਖਾਣਾ ਕੀ ਚੱਬਣਾ ਪੈਂਦਾ ਸੀ। ਤੇ ਉਹਨੇ ਲਾਲ ਬਹਾਦਰ ਸ਼ਾਸਤਰੀ ਨੇ ਇੱਕ ਲਿਆਂਦਾ ਫਾਰਮੂਲਾ ਕਿ ਖੇਤ ਜਿੱਥੇ ਵੀ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਉੱਥੇ ਬਿਜਾਈ ਕਰੋ। ਯੂਨੀਵਰਸਿਟੀਆਂ ਖੁੱਲੀਆਂ, ਹਿਸਾਰ ਯੂਨੀਵਰਸਿਟੀ, ਹਿਮਾਚਲ ਵਿੱਚ ਇੱਕ ਯੂਨੀਵਰਸਿਟੀ ਬਣੀ, ਪੰਜਾਬ ਦੀ ਲੁਧਿਆਣਾ ਯੂਨੀਵਰਸਿਟੀ, ਹੋਰ ਵੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਐਗਰੀਕਲਚਰ ਨਾਲ ਰਿਲੇਟਡ ਬਣੀਆਂ, ਜਿਹਦੇ ਵਿੱਚ ਨਵੇਂ ਬੀ, ਨਵੀਆਂ ਫਸਲਾਂ ਦੀ ਪੈਦਾਵਾਰ ਕਰਨ ਦੇ ਲਈ ਬਹੁਤ ਸਾਰੀਆਂ ਖੋਜਾਂ ਹੋਈਆਂ, ਉਹ ਲਾਗੂ ਵੀ ਕੀਤੀਆਂ ਗਈਆਂ। ਕਿਸਾਨਾਂ ਨੂੰ ਸਲਾਹ ਵੀ ਦਿੱਤੀ ਜਾਂਦੀ ਸੀ ਕਿ ਬੀ ਤੁਹਾਨੂੰ ਫ੍ਰੀ ਦਿੱਤੇ ਜਾਣਗੇ ਜਾਂ ਘੱਟ ਕੀਮਤ ਤੇ ਦਿੱਤੇ ਜਾਣਗੇ। ਉਹ ਇੱਕ ਕ੍ਰਾਂਤੀ ਜਿਹੜੀ ਆਈ ਸੀਗੀ, ਉਹ ਵੀ ਉਹਦੇ ਚੰਗੇ ਜਾਂ ਮਾੜੇ ਪ੍ਰਭਾਵ ਜਿਹੜੇ ਉਹ ਇੱਕ ਸਬਜੈਕਟ ਡਿਫਰੈਂਟ ਹੈਗਾ। ਪਰ ਜਦੋਂ ਇੰਦਰਾ ਗਾਂਧੀ
ਨੇ ਲਾਲ ਬਹਾਦਰ ਸ਼ਾਸਤਰੀ ਤੋਂ ਬਾਅਦ ਸੱਤਾ ਸੰਭਾਲੀ ਤੇ ਉਹਨੇ ਸੋਚਿਆ ਕਿ ਜਾਂ ਉਹਦੇ ਜਿਹੜੇ ਵੀ ਚਾਪਲੂਸ ਲੋਕ ਸੀ ਉਹਨਾਂ ਕਿਹਾ ਜੀ ਇੰਡੀਆ ਦਾ ਮਤਲਬ ਇੰਦਰਾ, ਇੰਦਰਾ ਦਾ ਮਤਲਬ ਇੰਡੀਆ ਜੀ, ਦੂਜਾ ਕੁਛ ਨਹੀਂ ਹੈਗਾ। ਠੀਕ ਹੈ ਜੀ। ਉਹਨੇ ਜਿਹੜੇ ਕੰਮ ਇਹ ਸ਼ੁਰੂ ਕੀਤੇ ਸੀਗੇ ਉਹਦੇ ਤੁਸੀਂ ਦੇਖੋ ਵੀ 2-3 ਗੱਲਾਂ ਹੋਈਆਂ। ਇੱਕ ਤਾਂ ਉਹਦੇ ਕੋਲੋਂ ਉਹਨੇ ਨਾਰਾ ਮਾਰਿਆ ਕਿ ਗਰੀਬੀ ਹਟਾਓ। ਕਿਹਨੇ ਹਟਾਉਣੀ ਸੀ? ਸਰਕਾਰ ਨੇ ਹਟਾਉਣੀ ਹੁੰਦੀ। ਨਾਰਾ ਮਾਰ ਲਿਆ, 20 ਨੁਕਾਤੀ ਪ੍ਰੋਗਰਾਮ ਆ ਗਿਆ, ਬਣਿਆ ਬਣਾਇਆ ਕੁਛ ਨਹੀਂ ਸਵਾਏ ਡੰਡੇ ਦਾ ਰਾਜ ਕਰਨ ਤੋਂ। ਉਹਦਾ ਇੱਕ ਮੁੰਡਾ ਸੀਗਾ, ਇੱਕ ਤਾਂ ਜਿਹੜਾ ਉਦੋਂ ਬਾਅਦ ਵੀ ਪ੍ਰਧਾਨ ਮੰਤਰੀ ਬਣਿਆ, ਇੱਕ ਹੋਰ ਸੀ ਸ਼ਰਾਰਤੀ ਜਿਹਾ, ਤੇ ਉਸ ਮੁੰਡੇ ਨੇ ਵੀ ਹੱਥ ਚੱਕੀ ਰੱਖੀ। ਇਸ ਤਰੀਕੇ ਦਾ ਸਾਰਾ ਸੈਟਅਪ ਬਣ ਗਿਆ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੁਰੀ ਹਾਲਤ ਜਾਂ ਬੁਰਾ ਪ੍ਰਭਾਵ। ਉਸ ਪ੍ਰਭਾਵ ਨੂੰ ਕਹਿੰਦੇ ਆ, ਇੰਦਰਾ ਕਹਿੰਦੀ ਕਿ ਮੈਂ ਠੀਕ ਕਰਨ ਦੀ ਖਾਤਰ ਦੇਸ਼ ਦੇ ਵਿੱਚ ਇੱਕ ਡਿਸਪਲਿਨ ਲੈ ਕੇ ਆਂਦਾ। ਡਿਸਪਲਿਨ ਕਿਹੜਾ? ਕਿ ਲੋਕ ਜਿਹੜੇ ਸੀਗੇ ਉਹ ਅੰਦੋਲਨ ਕਰਦੇ ਸੀ। ਬਿਹਾਰ ਵਿੱਚ, ਗੁਜਰਾਤ ਵਿੱਚ, ਪੰਜਾਬ ਵਿੱਚ ਸਟੂਡੈਂਟਾਂ ਦਾ ਅੰਦੋਲਨ ਚੱਲਿਆ। ਵਿਦਿਆਰਥੀਆਂ ਨੇ ਪੰਜਾਬ ਸਟੂਡੈਂਟ ਯੂਨੀਅਨ ਦੇ ਨਾਂ ਹੇਠ ਬਹੁਤ ਵੱਡਾ ਅੰਦੋਲਨ ਕੀਤਾ। ਬਿਹਾਰ ਦੇ ਵਿੱਚ ਜਿਹੜਾ ਜੈ ਪ੍ਰਕਾਸ਼ ਨਾਰਾਇਣ, ਉਹ ਭਾਵੇਂ ਉਹ ਸਟੂਡੈਂਟ ਹੀ ਸੀ, ਉਹਨਾਂ ਨੇ ਵੀ ਇੱਕ ਕ੍ਰਾਂਤੀ ਦੀ ਗੱਲ ਕੀਤੀ। ਇਸ ਸਾਰੇ ਕੁਝ ਨੇ ਉਹ ਵਾਤਾਵਰਨ ਇਦਾਂ ਦਾ ਸਿਰ ਦਿੱਤਾ ਜਿਹੜੇ ਚ ਇੰਦਰਾ ਗਾਂਧੀ ਨੂੰ ਇੱਕ ਮੌਕਾ ਮਿਲ ਗਿਆ, ਜਾਂ ਕਹਿ ਲਓ ਵੀ ਉਹਨੇ ਮੌਕਾ ਥਿਆ ਲਿਆ ਕਿ ਮੈਂ ਆਪਦੀਆਂ ਹੁਣ ਚੰਬਦੀਆਂ ਚਲਾਉਂਗੀ। ਉਹਨੇ ਲੋਕਤੰਤਰ ਦਾ ਪੂਰਾ ਗਲਾ ਦਬਾ ਦਿੱਤਾ। ਪ੍ਰੈਸ ਤੇ ਪੂਰੀ ਪਾਬੰਦੀ, ਬੋਲਣ ਤੇ ਕੋਈ ਆਜ਼ਾਦੀ ਨਹੀਂ। ਜਿੰਨੇ ਵੀ ਲੀਡਰ ਸੀਗੇ ਪੋਲੀਟੀਕਲ ਪਾਰਟੀਆਂ ਦੇ, ਭਾਵੇਂ ਉਹ ਜਨਸੰਘ ਸੀ, ਭਾਵੇਂ ਅਕਾਲੀ ਸੀ, ਭਾਵੇਂ ਉਹ ਕਮਿਊਨਿਸਟ ਸੀ, ਜਿਹੜੇ ਵੀ ਸੀਗੇ ਉਹ ਸਾਰੇ ਫੜ ਕੇ ਅੰਦਰ ਕਰਤੇ। ਐਮਰਜੈਂਸੀ ਲਾਤੀ ਦੇਸ਼ 'ਚ। ਕੋਈ ਵੀ ਖਬਰ ਅਖਬਾਰ ਵਿੱਚ ਉਹਨੂੰ ਪੁੱਛੇ ਬਿਨਾਂ ਨਹੀਂ ਛਪਦੀ ਸੀ। ਔਰ ਪੂਰੀ ਜਿਹੜੀ ਸੀਗੀ ਉਹ ਉਸ ਤਰੀਕੇ ਦੀ ਗੁੰਡਾਗਰਦੀ ਜਿਹੜੀ ਸੀ ਉਹ ਸਰਕਾਰੀ ਗੁੰਡਾਗਰਦੀ ਬਣ ਗਈ। ਸਰਕਾਰ ਜੋ ਚਾਹਵੇ ਉਹ ਕਰ ਸਕਦੀ ਸੀ। ਇਸ ਤਰੀਕੇ ਦਾ ਵਾਤਾਵਰਨ ਜਿਹੜਾ ਬਣਾਇਆ ਗਿਆ ਸੀਗਾ, ਉਹਦੀ ਸ਼ੁਰੂਆਤ 26 ਜੂਨ 1975 ਨੂੰ ਹੋਈ। 19 ਮਹੀਨੇ ਐਮਰਜੈਂਸੀ ਲੱਗੀ ਗਈ। ਫਿਰ ਜਦੋਂ ਐਮਰਜੈਂਸੀ ਹਟੀ ਤੇ ਸਿਆਸੀ ਪ੍ਰਭਾਵ ਦੀ ਤੁਸੀਂ ਗੱਲ ਕੀਤੀ, ਤੇ ਇੰਦਰਾ ਗਾਂਧੀ ਜਾਂ ਕਾਂਗਰਸ ਬੁਰੀ ਤਰ੍ਹਾਂ ਇੰਡੀਆ ਵਿੱਚੋਂ ਹਾਰ ਗਏ। ਉਸ ਤੋਂ ਬਾਅਦ ਇੱਕ ਜਨਤਾ ਪਾਰਟੀ ਬਣੀ ਸੀਗੀ। ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਮਿਲ ਕੇ ਅੰਦਰ, ਜੇਲ੍ਹਾਂ ਦੇ ਅੰਦਰ ਹੀ ਜਨਤਾ ਪਾਰਟੀ ਬਣਾ ਲਈ ਸੀ। ਜਨਤਾ ਪਾਰਟੀ ਦਾ ਰਾਜ ਆਇਆ। ਬਹੁਤਾ ਚਿਰ ਨਹੀਂ ਚੱਲਿਆ ਕਿਉਂਕਿ ਭਾਂਤ ਦੀ ਖਿਚੜੀ ਸੀਗੀ, ਬਹੁਤਾ ਚਿਰ ਨਹੀਂ ਚੱਲੀ ਇਹ। ਪਰ ਇੱਕ ਨੌਨ ਕਾਂਗਰਸ ਗਵਰਨਮੈਂਟ ਪਹਿਲੀ ਵਾਰੀ ਬਣੀ। ਉਹਦਾ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਸੀ। ਇੱਕ ਨੀਂਹ ਰੱਖੀ ਗਈ ਕਿ ਇਹ ਨਹੀਂ ਕਿ ਕਾਂਗਰਸ ਹੀ ਦੇਸ਼ ਵਿੱਚ ਰਾਜ ਕਰੂ, ਕਾਂਗਰਸ ਦੀ ਪ੍ਰਧਾਨ ਮੰਤਰੀ ਬਣੂਗਾ, ਇਹ ਜ਼ਰੂਰੀ ਨਹੀਂ ਹੈਗਾ। ਨੌਨ ਕਾਂਗਰਸ ਸਰਕਾਰਾਂ ਵੀ ਬਣ ਸਕਦੀਆਂ। ਇਹ ਐਮਰਜੈਂਸੀ ਤੋਂ ਬਾਅਦ ਹੋਇਆ। ਠੀਕ ਹੈ ਜੀ। ਐਮਰਜੈਂਸੀ ਤੋਂ ਬਾਅਦ ਇੱਕ ਤੁਸੀਂ ਦੇਖੋ ਜਿਹੜੀ ਇਲੈਕਸ਼ਨ ਕੀਤੀ ਗਈ, ਇੱਕ ਸਧਾਰਨ ਜਿਹੇ ਬੰਦੇ ਨੇ, ਬਿਲਕੁਲ ਸਧਾਰਨ ਜਿਹੇ ਆਮ ਜਿਹੇ ਬੰਦੇ ਨੇ ਇੰਦਰਾ ਗਾਂਧੀ ਨੂੰ ਹਰਾਤਾ। ਕਿਉਂਕਿ ਲੋਕਾਂ 'ਚ ਰੋਸ ਸੀ ਬਹੁਤ ਕਿ ਇੰਦਰਾ ਗਾਂਧੀ ਨੇ ਆਮ ਲੋਕਾਂ ਦਾ ਗਲਾ ਘੁੱਟਿਆ, ਆਮ ਲੋਕਾਂ ਦੀ ਆਜ਼ਾਦੀ ਖੋਹਲੀ। ਜਿਹੜੀ ਲੋਕਾਂ ਦਾ ਬੁਨਿਆਦੀ ਹੱਕ ਸੰਵਿਧਾਨ ਦੇ ਵਿੱਚ ਹੱਕ ਹੈਗੇ ਆ, ਉਹ ਖੋਲੇ ਹੈਗੇ। ਸਿਰਫ ਕਿਹੜੀ ਗੱਲੋਂ? ਕਿ ਮੇਰੀ ਸਰਦਾਰੀ ਹੋਣੀ ਚਾਹੀਦੀ, ਮੇਰਾ ਹੁਕਮ ਚੱਲਣਾ ਚਾਹੀਦਾ, ਮੈਂ ਜੋ ਕਹਾਂ ਉਹ ਹੋਣਾ ਚਾਹੀਦਾ। ਇਹ ਗੱਲ ਆਮ ਲੋਕ ਬਰਦਾਸ਼ਤ ਨਹੀਂ ਕਰਦੇ ਹੁੰਦੇ। ਇੱਕ ਸਧਾਰਨ ਦੇ ਬੰਦੇ, ਰਾਜ ਨਾਰਾਇਣ ਨਾਂ ਦਾ ਬੰਦਾ, ਨਾ ਕੋਈ ਰਾਜਨੀਤਿਕ ਉਹਦੀ ਸਮਝ, ਨਾ ਕੋਈ ਮੈਂ ਉਹਨੂੰ ਸੁਣਿਆ ਵੀ ਆ, ਨਾ ਉਹਨੂੰ ਕੋਈ ਬੋਲਣ ਦਾ ਪਤਾ, ਪਰ ਉਹ ਇੰਦਰਾ ਗਾਂਧੀ ਨੂੰ ਹਰਾਤਾ ਉਹਨੇ। ਮਤਲਬ ਇਸ ਤਰੀਕੇ ਦੀ ਜਿਹੜੀ ਉਹ ਰਾਜਨੀਤਿਕ ਸਫਬੰਦੀ ਹੋਈ। ਆਮ ਲੋਕਾਂ ਦਾ ਜੀਣਾ ਦੁੱਭਰ ਹੋਇਆ। ਕੋਈ ਐਮਰਜੈਂਸੀ ਨੇ ਕੋਈ ਫਾਇਦਾ ਨਹੀਂ ਕੀਤਾ ਲੋਕਾਂ ਦਾ। ਥਾਂ ਤੇ ਬਿਲਡਿੰਗਾਂ ਢਾਤੀਆਂ, ਬੁਲਡੋਜ਼ਰ ਚਲਾਤੇ, ਝੁੱਗੀਆਂ ਝੌਪੜੀਆਂ ਖਤਮ ਕਰਤੀਆਂ, ਗਰੀਬ ਬੰਦੇ ਨੂੰ ਤਿਰਸਕਾਰ ਕੀਤਾ ਗਿਆ ਪੂਰਾ। ਕਿਸੇ ਦਾ ਕੋਈ ਫਾਇਦਾ ਨਹੀਂ ਕੀਤਾ ਗਿਆ ਉਸ ਟਰਮ ਦੇ ਵਿੱਚ, ਉਸ 18-19 ਮਹੀਨਿਆਂ ਦੇ ਵਿੱਚ। ਸਗੋਂ ਲੋਕਾਂ ਨੇ ਸੰਤਾਪ ਭੋਗਿਆ। ਜੀ। ਇਹ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਲੈਂਦੇ ਹਾਂ। ਨਵੀਆਂ ਖਬਰਾਂ ਦੇ ਨਾਲ ਫਿਰ ਅਸੀਂ ਤੁਹਾਡੇ ਨਾਲ ਦਰਸ਼ਕਾਂ ਦੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਮੈਨੂੰ ਆਗਿਆ ਦਿਓ। ਮਿਹਰਬਾਨੀ ਜੀ, ਥੈਂਕ ਯੂ। ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਅਸੀਂ ਫਿਰ ਤੁਹਾਡੇ ਰੂਬਰੂ ਹੋਵਾਂਗੇ। ਜੇਕਰ ਤੁਹਾਡੀ ਕੋਈ ਤੁਹਾਡੇ ਤੌਖਲੇ ਨੇ, ਕੋਈ ਤੁਸੀਂ ਸਾਨੂੰ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਮੈਸੇਜ ਛੱਡ ਸਕਦੇ ਹੋ ਤੇ ਅਸੀਂ ਉਹਦਾ ਤੁਹਾਨੂੰ ਜਵਾਬ ਆ ਜਿਹੜਾ ਉਹ ਜ਼ਰੂਰ ਜਲਦੀ ਹੀ ਦੇਵਾਂਗੇ। ਸੋ ਇੰਨਾ ਕੁਝ ਕਹਿੰਦੇ ਹੋਏ ਅਸੀਂ ਤੁਹਾਡੇ ਤੋਂ ਖਿਮਾ ਚਾਹੁੰਦੇ ਹਾਂ। ਨਵੀਆਂ ਖਬਰਾਂ ਦੇ ਲਈ ਅਸੀਂ ਫਿਰ ਤੁਹਾਡੇ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸਾਨੂੰ ਦਿਓ ਆਗਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ।